ऑनरेबल सुप्रीम कोर्ट का फैसला वैसे तो बड़ा स्टेबल और बहुत अच्छा फैसला है। अच्छा फैसला अच्छा है। उन्होंने फिर चीकां क्यों नहीं कर रही? 4 ਭਰਾਵਾਂ ਦੇ ਨਾਮ ਤੇ ਪ੍ਰਾਪਰਟੀ ਆਈ ਹੈ, ਉਸ ਚੋਂ ਜੇ ਇੱਕ ਭਰਾ ਵੇਚਣਾ ਚਾਹਵੇ ਤਾਂ ਬਾਹਰ ਨਹੀਂ ਵੇਚ ਸਕਦਾ। ਮੇਰੀ ਸਬਮਿਸ਼ਨ ਇਹ ਹੈ, ਦੇਖੋ ਦੋ ਇਸ਼ੂਜ਼ ਹੈ। ਇੱਕ ਤਾਂ ਭਰਾ ਦੀ ਬੰਦੀ ਹੋਵੇ ਜ਼ਰੂਰੀ ਨਹੀਂ ਹੈ ਜੀ। ਦੂਸਰੀ ਗੱਲ ਭਰਾ ਕੋਲ ਪੈਸੇ ਹੋਣ ਜ਼ਰੂਰੀ ਨਹੀਂ ਹੈ। ਤੀਸਰੀ ਗੱਲ ਭਰਾ ਜੇ ਉਹਨੇ ਪੌਣੇ ਭਾਵ ਤੇ ਲੈਣਾ ਚਾਹਵੇ ਦੂਸਰਾ ਬੰਦਾ ਨੂੰ ਉਹ ਦੇ ਨਹੀਂ ਸਕਦਾ ਤੇ ਉਹ ਤਾਂ ਬਲੈਕਮੇਲਿੰਗ ਹੋ ਗਈ ਨਾ ਜੀ। ਵਿਕਰਮ ਜੀ ਤੁਸੀਂ ਵਿਕਟਮ ਹੀ ਜੇ ਇਹ ਡਿਸੀਜਨ ਦੇ, ਕਿਉਂਕਿ ਸ਼ੇਅਰਡ ਪ੍ਰਾਪਰਟੀ ਤੁਹਾਡੇ ਕੋਲ, ਤੁਸੀਂ ਇਹ ਸਾਰੇ ਤੋਂ ਕੀ ਗੱਲ ਸਮਝੀ ਹੈ, ਕਿੱਥੇ ਟੈਨਸ਼ਨ ਆ ਰਹੀ? ਭਾਜੀ ਜੋ ਇਹ ਫੈਸਲਾ ਲਿੱਤਾ ਗਿਆ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ, ਉਹ ਚੰਡੀਗੜ੍ਹ ਦੇ ਵਸਨੀਕਾਂ ਦਾ ਇੱਕ ਤਰ੍ਹਾਂ ਗਲਾ ਘੋਟ ਕੇ ਉਹਨਾਂ ਦਾ ਹੱਕ ਖੋਇਆ। ਚੰਡੀਗੜ੍ਹ ਦੇ 1 ਤੋਂ 30 ਸੈਕਟਰ ਦੇ ਜਿਹੜੇ ਸ਼ੇਅਰ 'ਚ ਨੇ ਜਿਹੜੀਆਂ ਪ੍ਰਾਪਰਟੀਆਂ, ਕੀ ਉਹ ਅੱਜ ਅੱਗੇ ਵੇਚ ਸਕਦੀਆਂ ਨੇ? ਤੇ 30 ਸੈਕਟਰ ਤੋਂ ਅੱਗੇ ਜਿਹੜੇ ਸੈਕਟਰ ਨੇ, ਕੀ ਉਹ ਸ਼ੇਅਰ ਹੋਲਡਰ ਜਿਹੜੇ ਨੇ ਉਹ ਪ੍ਰਾਪਰਟੀ ਵੇਚ ਸਕਦੇ ਨੇ? ਤੇ ਟੋਟਲ ਕਿੰਨੇ ਲੋਕ ਇਹਦੇ ਨਾਲ ਅਫੈਕਟ ਹੋਏ? ਹੁਣ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਅਫੋਰਡੇਬਲ ਹਾਊਸਿੰਗ ਸਕੀਮ ਸੀਗੀ, ਉਹ ਚੰਡੀਗੜ੍ਹ ਨੂੰ ਵੀ ਪ੍ਰਮੋਟ ਕਰਨੀ ਚਾਹੀਦੀ ਸੀ। ਇਹ ਵੇਅਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਬਿਲਕੁਲ ਉਹਦੇ ਉਲਟ ਚੱਲ ਰਹੀ ਹੈ। ਦੇਖੋ ਨਾ ਕਿੰਨੀਆਂ ਵੱਡੀਆਂ ਪ੍ਰਾਪਰਟੀਆਂ, ਕਿਰਨ, ਨੀਲਮ ਸਿਨੇਮੇ ਜਿਹੜੇ ਨੇ ਖੰਡਰ ਬਣੇ ਪਏ ਨੇ ਇਸ ਕਰਕੇ। ਅੱਜ ਕੱਲ੍ਹ ਜੇ ਤੁਸੀਂ ਦੇਖੋਗੇ ਜੋ ਇਹਨਾਂ ਨੇ ਫੈਸਲਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਲਿਆ, ਬੜੇ ਬੱਚੇ ਤਾਂ ਉਂਗਲੀਆਂ ਫੜ ਕੇ ਵਿਚਾਰੇ 올ਡ ਏਜ ਹੋਮ 'ਚ ਛੱਡ ਕੇ ਆ ਰਹੇ। ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਚੰਡੀਗੜ੍ਹ ਦੇ ਲੋਕਾਂ ਦੀ ਮਾਂ ਬੋਲੀ ਤੋਂ ਉਲਟ ਅੰਗਰੇਜ਼ੀ ਰੱਖਣੀ, ਇਹ ਹੈਰੀਟੇਜ ਇਹ ਸਿਟੀ ਬਿਊਟੀਫੁਲ ਨਹੀਂ ਰਿਹਾ। ਇਹ ਇੱਕ ਐਕਸਪੈਰੀਮੈਂਟਲ ਸਿਟੀ ਹੈ। ਜਿੱਥੋਂ ਨਵਾਂ ਅਫਸਰ ਆਉਂਦਾ ਹੈ ਉਹ ਆਪਣੇ ਕਾਨੂੰਨ, ਆਪਣਾ ਸਿਸਟਮ, ਆਪਣਾ ਸਭ ਕੁਝ ਚੰਡੀਗੜ੍ਹ ਤੇ ਥੋਪਦਾ। ਸਾਡਾ ਤਾਂ ਕੋਈ ਮਾਈ ਬਾਪ ਹੀ ਨਹੀਂ। ਸ਼ੀਸ਼ਾ ਬੋਲਦਾ ਸੱਚ। ਚੰਡੀਗੜ੍ਹ ਵਿੱਚ ਅੱਜ ਕੱਲ੍ਹ ਹਲਚਲ ਮਚੀ ਹੈ। ਹਜ਼ਾਰਾਂ ਲੋਕ ਇਹ ਮਹਿਸੂਸ ਕਰ ਰਹੇ ਨੇ ਵੀ ਉਹਨਾਂ ਦੀ ਪ੍ਰਾਪਰਟੀ ਡੈਡ ਹੋ ਗਈ ਹੈ, ਜਾਂ ਹੁਣ ਉਹ ਨਾ ਵਿਕ ਸਕਦੀ ਤੇ ਨਾ ਕਿਸੇ ਪਾਸੇ ਲੱਗ ਸਕਦੀ ਹੈ। ਕਾਰਨ ਕੀ ਹੈ? ਕਿਹਾ ਜਾਂਦਾ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੇਅਰਡ ਪ੍ਰਾਪਰਟੀ ਦੀ ਰਜਿਸਟਰੀ ਕਰਨ ਤੋਂ ਨਾ ਕਰ ਦਿੱਤੀ ਹੈ। ਇਹ ਸਾਰੇ ਮੁੱਦੇ ਤੇ ਚਰਚਾ ਕਰਾਂਗੇ ਔਰ ਚੰਡੀਗੜ੍ਹ ਦੇ ਲੱਖਾਂ ਲੋਕਾਂ ਨੂੰ ਦੱਸਾਂਗੇ ਵੀ ਅਸਲ 'ਚ ਇਹ ਬਲਾ ਹੈ ਕੀ। ਅੱਜ ਸਾਡੇ ਸਟੂਡੀਓ 'ਚ ਚੰਡੀਗੜ੍ਹ ਪ੍ਰਾਪਰਟੀ ਸ਼ੇਅਰ ਹੋਲਡ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਲੀਡਰ ਨੇ ਹਰਪਾਲ ਸਿੰਘ ਪਾਲੀ ਜੀ ਪੁੱਜੇ ਨੇ, ਔਰ ਇਸੇ ਤਰ੍ਹਾਂ ਚੰਡੀਗੜ੍ਹ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਜੀ, ਤੇ ਚੰਡੀਗੜ੍ਹ ਦੇ ਹਰੇਕ ਮੁੱਦੇ ਨੂੰ ਬੇਬਾਕੀ ਨਾਲ ਚੱਕਣ ਵਾਲੇ ਵਿਕਰਮ ਚੋਪੜਾ ਜੀ, ਉਹ ਵੀ ਅੱਜ ਸਾਡੇ ਵਿੱਚ ਨੇ। ਉਹਨਾਂ ਨੂੰ ਪੁੱਛਾਂਗੇ ਵੀ ਅਸਲ 'ਚ ਇਹ ਜੜ ਕੀ ਹੈ, ਇਹ ਬਿਮਾਰੀ ਕੀ ਹੈ, ਇਹ ਮੁਸ਼ਕਲ ਕੀ ਹੈ। ਪਾਲੀ ਜੀ, ਪਹਿਲਾਂ ਤਾਂ ਇੱਕ ਸੁਪਰੀਮ ਕੋਰਟ ਦਾ ਕਹਿੰਦੇ ਡਿਸੀਜਨ ਆਇਆ, ਉਹ ਡਿਸੀਜਨ ਕੀ ਹੈ? ਸੁਪਰੀਮ ਕੋਰਟ ਦੇ ਮਾਮਲੇ 'ਚ ਮੈਂ ਵੀ ਇੱਕ ਪਾਰਟੀ ਸੀਗਾ ਜੀ, ਔਰ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਹਦਾ ਮੈਂ ਤਕਰੀਬਨ ਹਰ ਮਿੰਟ ਸਟੱਡੀ ਕੀਤਾ, ਨਾਲ ਰਿਹਾ, ਮੇਅਰਿੰਗ ਦੇ ਵਿੱਚ ਬੈਠਿਆ, ਆਨਲਾਈਨ ਵੀ ਬੈਠ ਕੇ ਵੇਖੀ ਹੈ ਜੀ। ਤੇ ਆਨਰੇਬਲ ਸੁਪਰੀਮ ਕੋਰਟ ਦਾ ਫੈਸਲਾ ਵੈਸੇ ਤੇ ਬੜਾ ਸਟੇਬਲ ਔਰ ਬਹੁਤ ਅੱਛਾ ਫੈਸਲਾ ਹੈ। ਉਸ ਫੈਸਲੇ 'ਚ ਉਹਨਾਂ ਨੇ ਹੈਪ ਐਜ਼ਡ ਅੱਛਾ ਫੈਸਲਾ ਅੱਛਾ ਹੈ। ਉਹਨਾਂ ਨੇ ਫਿਰ ਚੀਕਾਂ ਕਿਉਂ ਨਹੀਂ ਕਰ ਰਹੀਆਂ? ਇਹ ਲੋਕਾਂ ਨੂੰ ਸਮਝ ਨਹੀਂ ਆਇਆ ਜੀ। ਇਹ ਤੁਹਾਨੂੰ ਸਮਝ ਆਇਆ? ਦੇਖੋ, ਪੜਨ ਵਾਲੇ ਨੂੰ ਜਿਹਨੂੰ ਅੰਗਰੇਜ਼ੀ ਆਉਂਦੀ ਸਮਝ ਆਉਂਦਾ। ਤੁਸੀਂ ਵਿਰੋਧ ਕਿਉਂ ਕਰ ਰਹੇ ਸੁਪਰੀਮ ਕੋਰਟ ਦੇ ਡਿਸੀਜਨ ਦਾ? ਅਸੀਂ ਫੈਸਲੇ ਦਾ ਵਿਰੋਧ ਨਹੀਂ ਕਰ ਰਹੇ। ਅਸੀਂ ਤੇ ਯੂਟੀ ਦੇ ਗਲਤ ਡਿਸੀਜਨਸ ਦਾ, ਗਲਤ ਬਲੋਕੇਜ ਦਾ, ਗਲਤ ਪਬਲਿਕ ਨੋਟਿਸ ਦਾ, ਤੁਹਾਡੇ ਮਤਲਬ ਸੁਪਰੀਮ ਕੋਰਟ ਦੇ ਡਿਸੀਜਨ ਦੇ ਉਲਟ ਨੋਟੀਫਾਈ ਕੀਤਾ ਉਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ? ਜੋ ਕੁਝ ਸੁਪਰੀਮ ਕੋਰਟ ਆਨਰੇਬਲ ਨੇ ਕਿਹਾ ਹੀ ਨਹੀਂ, ਉਹ ਇਹਨਾਂ ਨੇ ਉਹ ਕਰਤਾ। ਚਲੋ ਪਹਿਲਾਂ ਕਿਹਾ ਕੀ ਹੈ ਇਹ ਦੱਸੋ। ਦੇਖੋ, ਆਨਰੇਬਲ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਬੜਾ ਸਟੇਬਲ ਔਰ ਬੜਾ ਕਲੀਅਰ ਫੈਸਲਾ ਦਿੱਤਾ ਕਿ ਕਿਸੇ ਵੀ ਸ਼ਹਿਰ ਦੇ ਵਿੱਚ, ਸਿਰਫ ਚੰਡੀਗੜ੍ਹ ਹੀ ਨਹੀਂ, ਕਿਸੇ ਵੀ ਸ਼ਹਿਰ ਦੇ ਵਿੱਚ ਹੈਪ ਐਜ਼ਡ, ਅੰਧਾਧੁੰਦ ਜਿਹਨੂੰ ਕਹਿ ਸਕਦੇ ਹਾਂ, ਡਿਵੈਲਪਮੈਂਟ ਨਹੀਂ ਹੋਣੀ ਚਾਹੀਦੀ। ਠੀਕ ਹੈ। ਉਹਨੂੰ ਨਜ਼ਰ 'ਚ ਰੱਖ ਕੇ ਉਹਨਾਂ ਨੇ ਇਹ ਵੀ ਆਰਡਰ 'ਚ ਲਿਖਿਆ ਕਿ ਵੀ ਇਹ ਸਾਰੇ ਸ਼ਹਿਰਾਂ ਦੇ ਡੀਸੀਜ਼ ਨੂੰ, ਐਡਮਿਨਿਸਟ੍ਰੇਟਰਸ ਨੂੰ ਤੇ ਚੀਫ ਸੈਕਟਰੀਜ਼ ਆਫ ਸਟੇਟਸ ਨੂੰ ਇਸ ਆਰਡਰ ਦੀ ਕਾਪੀ ਭੇਜੀ ਜਾਵੇ, ਤਾਂ ਕਿ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੀ ਅੱਗੇ ਡਿਵੈਲਪਮੈਂਟ ਦੀ ਪਰਮਿਸ਼ਨ ਦਿੱਤੀ ਜਾਵੇ, ਸੈਂਕਸ਼ਨਸ ਦਿੱਤੀਆਂ ਜਾਣ। ਹੁਣ ਫੈਸਲੇ ਦੇ ਵਿੱਚ ਜੱਜ ਸਾਹਿਬਾਨ ਨੇ ਇਹ ਕਿਹਾ ਕਿ ਵੀ ਚੰਡੀਗੜ੍ਹ ਦੇ ਵਿੱਚ ਅਪਾਰਟਮੈਂਟਲਾਈਜੇਸ਼ਨ ਨਹੀਂ ਹੋਣੀ ਚਾਹੀਦੀ ਜੀ, ਕਿ ਇਹਨੂੰ ਕਿਉਂਕਿ ਮੱਦੇ ਨਜ਼ਰ ਰੱਖਿਆ ਗਿਆ ਵੀ ਇੱਕ ਚੰਡੀਗੜ੍ਹ ਦੇ
ਕੈਪੀਟਲ ਆਫ ਪੰਜਾਬ ਡਿਵੈਲਪਮੈਂਟ ਐਕਟ ਦੇ ਅੱਗੇ ਜਿਹੜੇ ਅਮੈਂਡਮੈਂਟਸ ਵਗੈਰਾ ਮਿਲਾ ਕੇ ਇਹ ਗੱਲ ਕਲੀਅਰ ਹੈ ਕਿ ਫਰੈਗਮੈਂਟੇਸ਼ਨ ਪ੍ਰਾਪਰਟੀ ਦੀ ਅਲਾਉਡ ਨਹੀਂ ਹੈ। ਪਰ ਇਹ ਗੱਲ ਵੀ ਬੜੀ ਮਹੱਤਵਪੂਰਨ ਹੈ ਕਿ ਇੰਡੀਆ ਦੇ ਕਿਸੇ ਸ਼ਹਿਰ ਦੇ ਵਿੱਚ ਵੀ ਫਰੈਗਮੈਂਟੇਸ਼ਨ ਪਰਮਿਟਡ ਨਹੀਂ ਹੈ। ਠੀਕ ਹੈ। ਸੋ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇਹ ਅਨਾਉਂਸ ਕੀਤਾ ਕਿ ਵੀ ਜਿਹੜੇ ਸੈਕਟਰ 1 ਤੋਂ 30 ਮੰਨੇ ਜਾਂਦੇ ਆ, ਜਿਹੜੇ ਓਰੀਜਨਲ ਸੈਕਟਰ ਸੀ, ਜਿਹੜੇ ਫਸਟ ਫੇਜ਼ ਆਫ ਚੰਡੀਗੜ੍ਹ ਦੇ ਵਿੱਚ ਸੀਗੇ, ਹੁਣ ਜਿਵੇਂ ਜਿੰਨੇ ਘਰ ਆ ਉਹਨਾਂ ਦੇ ਪਿੱਛੇ ਸਰਵਿਸ ਲੇਨ ਹੈ, ਸਾਰਾ ਕੁਝ ਐਸੀ ਫੈਸਿਲਿਟੀ ਹੈ ਕਿ ਉਹਨੂੰ ਇੱਕ ਤਰੀਕੇ ਦਾ ਕਾਰਬੂਜ਼ੀਅਨ ਏਰੀਆ ਮੰਨਿਆ ਜਾਵੇ ਜੀ। ਤੇ ਇੱਕ ਉਹਨਾਂ ਨੇ ਡਿਕਲੇਅਰ ਕੀਤਾ ਵੀ ਹੈਰੀਟੇਜ ਕਮੇਟੀ ਜਿਹੜੀ ਹੈ ਉਹ ਇਸ ਚੀਜ਼ ਨੂੰ ਥੋੜਾ ਬਹੁਤ ਸਟੱਡੀ ਕਰੇ ਤੇ ਜਿਹੜੇ ਚੰਡੀਗੜ੍ਹ ਦੇ ਰੂਲਸ ਹੈ ਉਹਨਾਂ ਦੀ ਅਮੈਂਡਮੈਂਟ ਵਾਸਤੇ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਗਾਈਡ ਕਰੇ ਤੇ ਉਹ ਗਾਈਡੈਂਸ ਦੇ ਮੁਤਾਬਿਕ ਯੂਟੀ ਐਡਮਿਨਿਸਟ੍ਰੇਸ਼ਨ ਸੈਂਟਰ ਤੋਂ ਪਰਮਿਸ਼ਨ ਲਵੇ, ਹੋਮ ਮਿਨਿਸਟਰੀ ਤੋਂ, ਤੇ ਫਿਰ ਉਹ ਰੂਲਸ ਨੂੰ ਇੰਪਲੀਮੈਂਟ ਕਰੇ। ਓਕੇ। ਸੋ ਇਹ ਇੱਕ ਉਹਨਾਂ ਨੇ ਇਹ ਬੜਾ ਇੰਪੋਰਟੈਂਟ ਫੈਕਟਰ ਕਿਹਾ ਕਿ ਵੀ ਜੇ ਇੱਕ ਡਵੈਲਿੰਗ ਯੂਨਿਟ ਦੇ ਵਿੱਚ 3 ਫਲੈਟ ਬਣਦੇ ਆ ਤਾਂ ਉਹਨੂੰ ਫਰੈਗਮੈਂਟੇਸ਼ਨ ਮੰਨਿਆ ਜਾਏਗਾ। ਹੁਣ ਜਿਹੜੇ ਯੂਟੀ ਦੇ ਬਾਈਲਾਜ਼ ਆ ਉਹ ਡਵੈਲਿੰਗ ਯੂਨਿਟ ਦੀ ਡੈਫੀਨੇਸ਼ਨ ਇਹ ਦਿੰਦੇ ਆ ਵੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੇ ਵਿੱਚ 3 ਡਵੈਲਿੰਗ ਯੂਨਿਟ ਬਣ ਸਕਦੇ ਆ, ਮਤਲਬ ਇੱਕ ਮੰਜ਼ਿਲ ਇੱਕ ਡਵੈਲਿੰਗ ਯੂਨਿਟ ਆ। ਜੇ 3 ਡਵੈਲਿੰਗ ਯੂਨਿਟ ਆ ਤੇ 3 ਮੰਜ਼ਿਲਾਂ, ਉਹਨਾਂ 'ਚ 3 ਮਾਲਕ ਰਹਿ ਸਕਦੇ ਆ, 3 ਕਿਰਾਏਦਾਰ ਰਹਿ ਸਕਦੇ ਆ, ਇੱਕ ਮਾਲਕ 2 ਕਿਰਾਏਦਾਰ ਰਹਿ ਸਕਦੇ ਆ, 2 ਮਾਲਕ ਇੱਕ ਕਿਰਾਏਦਾਰ ਰਹਿ ਸਕਦਾ ਜੀ। ਤੇ ਆਬਾਦੀ ਦੇ ਮੁਤਾਬਿਕ ਉਹਨੂੰ ਕੋਈ ਫਰਕ ਨਹੀਂ ਪਏਗਾ ਜੇ ਇੱਕ 3 ਫੈਮਲੀਆਂ ਅਲੱਗ-ਅਲੱਗ ਰਹਿ ਰਹੀਆਂ, ਇੱਕ ਫੈਮਿਲੀ ਅਲੱਗ-ਅਲੱਗ ਰਹਿ ਰਹੀ ਆ, ਜਾਂ 2 ਮੰਜ਼ਿਲਾਂ ਤੇ ਇੱਕ ਫੈਮਿਲੀ ਰਹਿ ਰਹੀ ਹੈ ਤੇ ਤੀਜੀ ਮੰਜ਼ਿਲ ਤੇ ਕਿਰਾਏਦਾਰ ਸਾਹਿਬ ਦੀ ਫੈਮਿਲੀ ਰਹਿ ਰਹੀ ਹੈ। ਸੋ ਸੁਪਰੀਮ ਕੋਰਟ ਸਾਹਿਬ ਨੇ ਜੱਜ ਸਾਹਿਬਾਨ ਨੇ ਕਿਹਾ ਕਿ ਵੀ ਜਦੋਂ ਵੀ ਤੁਸੀਂ ਐਸੇ ਕੋਈ ਨਕਸ਼ੇ ਪੁੱਟ ਅਪ ਹੋਣ ਜਿਹਦੇ ਤੁਹਾਨੂੰ ਲੱਗੇ ਇੱਕ ਡਵੈਲਿੰਗ ਯੂਨਿਟ ਦੇ ਵਿੱਚ 3 ਬੰਦਿਆਂ ਨੇ ਨਕਸ਼ਾ ਅਪਲਾਈ ਕੀਤਾ ਔਰ ਜਿਹੜੇ ਬੰਦੇ ਇੱਕ ਦੂਜੇ ਨਾਲ ਲੋਨ ਨਹੀਂ ਹੈਗੇ, ਜੀ, ਉਹ ਨਕਸ਼ੇ ਨੂੰ ਤੁਸੀਂ ਸੋਚ ਕੇ ਪਾਸ ਕਰੋ, ਔਰ ਜਿੰਨਾ ਚਿਰ ਤੁਹਾਨੂੰ ਲੱਗੇ ਵੀ ਇਹ ਅਪਾਰਟਮੈਂਟਲਾਈਜ਼ ਨਹੀਂ ਹੋ ਰਿਹਾ ਉਹ ਕਲੈਰਿਟੀ ਲੈ ਕੇ ਫੇਰ ਹੀ ਕਰੋ ਪਾਸ। ਓਕੇ। ਸੋ ਇਹ ਹੁਣ ਇਹ ਵੀ ਇੱਕ ਗੱਲ ਕੁਐਸਚਨੇਬਲ ਹੈ ਕਿ ਵੀ ਸਟ੍ਰੇਂਜਰ, ਜੱਜ ਸਾਹਿਬਾਨ ਨੇ ਬੜਾ ਸੋਚ ਸਮਝ ਕੇ ਵਰਡ ਯੂਜ਼ ਕੀਤਾ। ਸੋ ਸਟ੍ਰੇਂਜਰ ਬੰਦਾ ਉਹ ਹੈ ਜਿਹੜਾ ਇੱਕ ਦੂਜੇ ਨੂੰ ਬਿਲਕੁਲ ਜਾਣਦਾ ਨਾ ਹੋਵੇ। ਓਕੇ। ਇਹ ਅੰਗਰੇਜ਼ੀ ਦੀ ਨਾਰਮਲ ਡਿਕਸ਼ਨਰੀਕਲ ਟਰਮ ਹੈ ਤੇ ਲੀਗਲ ਟਰਮ ਦੇ ਵਿੱਚ ਮੈਂ ਵਕੀਲ ਨਹੀਂ ਹਾਂ, ਪਰ ਇਹ ਕਿਉਂਕਿ ਇਹ ਹੁਣ ਮੁੱਦਾ ਚੱਲ ਰਿਹਾ ਤੇ ਪੜ੍ਹਨੀਆਂ ਪੈਂਦੀਆਂ। ਤਾਂ ਲੀਗਲ ਟਰਮ ਦੇ ਵਿੱਚ ਸਟ੍ਰੇਂਜਰ ਦਾ ਇਹ ਮਤਲਬ ਹੈ ਵੀ ਜਿਹੜਾ ਆਲਰੇਡੀ ਕਿਸੇ ਕੰਟਰੈਕਟ ਦੇ ਵਿੱਚ ਨਹੀਂ ਹੈ, ਨਾਟ ਆਲਰੇਡੀ ਪਾਰਟ ਆਫ ਦੀ ਕੰਟਰੈਕਟ ਔਰ ਐਗਰੀਮੈਂਟ। ਹੁਣ ਜੇ 3 ਬੰਦੇ ਇੱਕ ਮਕਾਨ ਨੂੰ ਰਜਿਸਟਰੀ ਕਰਾਈ ਚੁੱਕੇ ਹੈ ਤੇ ਉਹ 3 ਬੰਦੇ ਜੇ ਨਕਸ਼ਾ ਪਾਸ ਕਰਾਉਣਗੇ ਤੇ ਉਹ 3 ਸ਼ੇਅਰ ਹੋਲਡਰ ਨਕਸ਼ਾ ਪਾਸ ਕਰਾ ਰਹੇ ਹੈ, 3 ਸਟ੍ਰੇਂਜਰ ਨਹੀਂ ਪਾਸ ਕਰਾ ਰਹੇ। ਤੁਸੀਂ ਇਹਦਾ ਅਰਥ ਇਹ ਕੱਢਦੇ ਜੇ? ਦੇਖੋ ਹਰ ਬੰਦੇ ਦਾ ਆਪਣਾ ਸੋਚਣਾ ਹੈ ਔਰ ਆਨਰੇਬਲ ਸੁਪਰੀਮ ਕੋਰਟ ਤੋਂ ਯੂਟੀ ਨੇ ਜੇ ਕਲੈਰੀਫਿਕੇਸ਼ਨ ਲਿੱਤੀ ਹੈ ਤੇ ਯੂਟੀ ਨੇ ਹਾਲੇ ਪਬਲਿਕ ਤੇ ਕੀਤੀ ਨਹੀਂ। ਓਕੇ। ਜੇ ਕਲੈਰੀਫਿਕੇਸ਼ਨ ਲਿੱਤੀ ਵੀ ਹੁੰਦੀ ਤੇ ਮੈਂ ਇੱਕ ਵਿੱਚ ਲਿਟੀਗੈਂਟ ਸੀਗਾ ਖੁਦ, ਮੈਨੂੰ ਵੀ ਨੋਟਿਸ ਆਂਦਾ, ਮੇਰੇ ਵਕੀਲ ਸਾਹਿਬ ਨੂੰ ਨੋਟਿਸ ਆਂਦਾ। ਤੁਸੀਂ ਪਟੀਸ਼ਨਰ ਸੀ ਇਹਦੇ ਕਿ ਉਹਦੇ ਵਿਰੋਧ ਚ ਤੁਸੀਂ ਸੀ? ਨਹੀਂ, ਆਈ ਵਾਜ਼ ਪਾਰਟ ਆਫ ਦੀ ਕੇਵੀਏਟਰ, ਆਈ ਵਾਜ਼ ਅ ਕੇਵੀਏਟਰ। ਮੈਂ ਕੇਵੀਏਟ ਪਾਈ ਸੀ ਵੀ ਜੇ ਹਾਈ ਕੋਰਟ ਦੀ ਜਜਮੈਂਟ ਦੇ ਖਿਲਾਫ ਕੋਈ ਬੰਦਾ ਆਂਦਾ ਜੀ ਤੇ ਮੈਂ ਵੀ ਪਾਰਟੀ ਬਣਾ। ਓਕੇ, ਵਿਰੋਧ ਸੀ ਤੁਸੀਂ? ਹਾਂ, ਮੈਂ ਥੋੜਾ ਅੱਗੇ ਚੱਲਦੇ ਆ ਪਹਿਲੇ ਜੀ। ਕਮਲ ਜੀ ਥੋੜਾ ਜਿਹਾ ਹੋਰ ਬਰੀਫ ਕਰੋ ਕਿਉਂਕਿ ਮੈਂ ਵੀ ਹਾਲੇ ਕਲੀਅਰ ਨਹੀਂ ਹੋਇਆ। ਇਹ ਤੇ ਕਹਿੰਦੇ ਨੇ ਵੀ ਇੱਕ ਪ੍ਰਭਾਵ ਸੀ, ਮੇਰੇ ਦਿਮਾਗ 'ਚ ਇਹ ਪ੍ਰਭਾਵ ਸੀ ਵੀ ਕਮਲ ਹੋਣੀ, ਪਾਲੀ ਜੀ, ਚੋਪੜਾ ਜੀ, ਇਹ ਤੇ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਉਹ ਤੋਂ ਡਰੇ ਬੜੇ ਨੇ, ਉਹਦਾ ਵਿਰੋਧ ਕਰ ਰਹੇ ਨੇ, ਪਰ ਪਾਲੀ ਜੀ ਤੇ ਕਹਿੰਦੇ ਵੀ ਉਹ ਡਿਸੀਜਨ ਠੀਕ ਹੈ। ਇੱਕ ਉਹ ਡਿਸੀਜਨ ਬਾਰੇ ਥੋੜਾ ਹੋਰ ਤੁਸੀਂ ਆਪਣੇ ਸ਼ਬਦਾਂ 'ਚ ਦੱਸੋ, ਔਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹਦੇ ਤੇ ਕੀ ਫੈਸਲਾ ਲਿਆ? ਸਰ, ਐਜ਼ ਫਾਰ ਐਜ਼ ਡਿਸੀਜਨ ਇਜ਼ ਕੰਸਰਨਡ, ਉਹ ਬੜਾ ਸਟ੍ਰੇਟ ਫਾਰਵਰਡ ਤੇ ਕਲੀਅਰ ਕੱਟ ਜਿਹਾ ਡਿਸੀਜਨ ਹੈ। ਉਹ ਇੱਕ ਗੱਲ ਬੜੀ ਹੈਰਾਨੀ ਦੀ ਹੈ, ਉਹਨਾਂ ਨੇ ਸ਼ੇਅਰ ਵਾਈਜ਼ ਵਰਡ ਯੂਜ਼ ਹੀ ਨਹੀਂ ਕੀਤਾ ਥਰੂ ਆਊਟ ਦੀ ਜਜਮੈਂਟ 'ਚ। ਓਕੇ। ਸ਼ੇਅਰ ਵਾਈਜ਼ ਵਰਡ ਯੂਜ਼ ਨਹੀਂ ਹੋਇਆ। ਕੀ ਯੂਜ਼ ਕੀਤਾ? ਉਹਨਾਂ ਨੇ ਮਤਲਬ ਡਵੈਲਿੰਗ ਯੂਨਿਟ ਯੂਜ਼ ਕੀਤਾ ਜੀ। ਓਕੇ। ਹੁਣ ਸ਼ੇਅਰ ਤਾਂ ਪ੍ਰਾਪਰਟੀ ਇਟ ਕੈਨ ਬੀ ਸ਼ੇਅਰਡ ਬਾਈ ਵੇ ਆਫ ਇਨਹੈਰੀਟੈਂਸ। ਠੀਕ ਹੈ। ਜੇ ਹੁਣ ਫਾਦਰ ਸਾਹਿਬ ਐਕਸਪਾਇਰ ਹੋ ਗਏ, 50% ਗਰਾਊਂਡ ਫਲੋਰ, 30% ਫਸਟ ਫਲੋਰ, 20% ਆਪਾਂ ਕਹਿੰਦੇ ਆ ਵੀ ਸੈਕੰਡ ਫਲੋਰ। ਜੀ ਵੀ ਇਹ ਸ਼ੇਅਰਡ ਹੋ ਗਿਆ। ਹਾਂ, ਠੀਕ ਹੈ। ਨਹੀਂ, ਮੈਂ ਤਾਂ ਇਹ ਕਹਿੰਦਾ ਸਰ, ਜਦੋਂ ਇੰਟਰਸਟੇਟ ਡੈਥ ਕੋਈ ਡੈਥ ਹੁੰਦੀ, ਕਿਸੇ ਦੀ ਪੇਰੈਂਟਸ ਦੀ ਡੈਥ ਹੁੰਦੀ ਹੈ ਤੇ ਨੈਚੁਰਲੀ ਪ੍ਰਾਪਰਟੀ ਹੈਜ਼ ਟੂ ਬੀ ਗਿਵਨ ਟੂ ਚਿਲਡਰਨ। ਜੀ। 2 ਜਾਂ 3 ਭੈਣ ਭਰਾ ਨੇ ਜਾਂ ਕੁਛ ਨੇ, ਪ੍ਰਾਪਰਟੀ 25%, 30%, 50% ਸ਼ੇਅਰ ਇਕੁਅਲੀ ਵੀ ਡਿਵਾਈਡ ਹੋ ਸਕਦਾ। ਪਲਾਟ ਰਿਲੇਸ਼ਨ ਬਾਰੇ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਨਾ ਨਹੀਂ ਕੀਤੀ। ਨਹੀਂ ਸਰ, ਮੈਂ ਇੱਕ ਹੋਰ ਪੁਆਇੰਟ ਤੇ ਆਉਣਾ ਚਾਹੁੰਦਾ। ਇੱਥੇ ਇਹਨਾਂ ਨੇ ਜਿਹੜੀ ਨਾ ਕਰਤੀ ਨਾ, ਬਾਰ ਲਾਤੀ। ਜੇ 4 ਭਰਾਵਾਂ ਦੇ ਨਾਮ ਤੇ ਪ੍ਰਾਪਰਟੀ ਆਈ ਹੈ, ਉਸ 'ਚੋਂ ਜੇ ਇੱਕ ਭਰਾ ਵੇਚਣਾ ਚਾਹਵੇ ਤਾਂ ਬਾਹਰ ਨਹੀਂ ਵੇਚ ਸਕਦਾ। ਇਹਨਾਂ ਦਾ ਕਹਿਣ ਦਾ ਮਤਲਬ ਹੈ ਆਪਣੇ ਭਰਾ ਨੂੰ, ਰਿਸ਼ਤੇਦਾਰ ਨੂੰ, ਜਿਹੜਾ ਫੈਮਿਲੀ ਮੈਂਬਰ ਆ ਉਹਨਾਂ ਨੂੰ ਹੀ ਦੇਵੇ। ਇਹ ਕਿਵੇਂ ਪੋਸੀਬਲ? ਹਾਂ, ਮੇਰੀ ਸਬਮਿਸ਼ਨ ਇਹ ਹੈ ਤੁਹਾਡਾ ਮੇਰੀ ਸਬਮਿਸ਼ਨ ਇਹ ਹੈ, ਦੇਖੋ 2 ਇਸ਼ੂਜ਼ ਹੈ। ਇੱਕ ਤਾਂ ਭਰਾ ਦੀ ਬੰਦੀ ਹੋਵੇ, ਜ਼ਰੂਰੀ ਨਹੀਂ ਹੈ। ਦੂਸਰੀ ਗੱਲ,
ਭਰਾ ਕੋਲ ਪੈਸੇ ਹੋਣ ਜ਼ਰੂਰੀ ਨਹੀਂ ਹੈ। ਤੀਸਰੀ ਗੱਲ, ਭਰਾ ਜੇ ਉਹਨੇ ਪੌਣੇ ਭਾਵ ਤੇ ਲੈਣਾ ਚਾਹੇ ਦੂਸਰਾ ਬੰਦਾ ਨੂੰ ਉਹ ਦੇ ਨਹੀਂ ਸਕਦਾ ਤੇ ਉਹ ਤਾਂ ਬਲੈਕਮੇਲਿੰਗ ਹੋ ਗਈ ਨਾ ਜੀ। ਬਿਲਕੁਲ ਠੀਕ ਹੈ। ਮੋਟੇ ਤੌਰ ਤੇ ਜੇ ਫੰਡਾਮੈਂਟਲ ਰਾਈਟ ਜਾਂ ਕਨਸਟੀਟਿਊਸ਼ਨਲ ਰਾਈਟ ਜੋ ਕਹਿੰਦਾ ਹੈ ਉਹ ਇਹ ਕਹਿੰਦਾ ਹੈ ਵੀ ਜਿਹੜੀ ਮੇਰੀ ਪ੍ਰਾਪਰਟੀ ਹੈ ਕਿਸੇ ਵੀ ਤਰੀਕੇ ਨਾਲ ਮੈਂ ਐਕਵਾਇਰ ਕੀਤੀ ਹੈ, ਆਈ ਸ਼ੁੱਡ ਬੀ ਏਬਲ ਟੂ ਸੈਲ ਇਟ। ਮੈਂ ਮੋਰਟਗੇਜ ਕਰਾਂ, ਵੇਚਾਂ, ਕੁਝ ਕਰਾਂ, ਮੈਨੂੰ ਆਪਣੇ ਹਿਸਾਬ ਨਾਲ ਵੇਚਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਹੁਣ ਇੱਥੇ ਤਾਂ ਇਹਨਾਂ ਨੇ ਸਾਰਾ ਬਲੌਕ ਕਰਤਾ ਜੀ, ਤੁਸੀਂ ਆਪਣੀ ਫੈਮਿਲੀ 'ਚ ਹੀ ਵੇਚ ਸਕਦੇ ਹੋ। ਓਕੇ, ਦੈਟ ਇਜ਼ ਰੋਂਗ। ਫਿਰ ਕਹਿੰਦੇ ਜੀ ਨਕਸ਼ੇ ਪਾਸ ਕਰਨੇ ਆ ਬਿਲਡਿੰਗ ਦੇ ਕਿਸੇ ਦੇ, ਜੇ ਨਕਸ਼ੇ ਪਾਸ ਕਰਾਣੇ, ਜੇ ਇੱਕ ਫੈਮਿਲੀ ਅਪਲਾਈ ਕਰੇਗੀ ਤਾਂ ਨਕਸ਼ੇ ਪਾਸ ਕਰਨਗੇ, ਨਹੀਂ ਤਾਂ ਨਹੀਂ ਕਰਨਗੇ। ਓਕੇ ਓਕੇ। ਵਿਕਰਮ ਜੀ, ਤੁਸੀਂ ਵਿਕਟਮ ਹੀ ਜੇ ਇਹ ਡਿਸੀਜਨ ਦੇ, ਕਿਉਂਕਿ ਸ਼ੇਅਰਡ ਪ੍ਰਾਪਰਟੀ ਤੁਹਾਡੇ ਕੋਲ, ਤੁਸੀਂ ਇਹ ਸਾਰੇ ਤੋਂ ਕੀ ਗੱਲ ਸਮਝੀ ਹੈ, ਕਿੱਥੇ ਟੈਨਸ਼ਨ ਆ ਰਹੀ ਹੈ? ਭਾਜੀ ਮੈਂ ਗੱਲ ਇੱਥੇ ਸਮਝੀ ਹੈ ਵੀ ਜਿਹੜੀ ਰਿਟ ਪਈ ਸੀ PLI, ਜਿਹਨੂੰ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ, ਪਹਿਲਾਂ ਤਾਂ ਮੈਂ ਉਹ ਜਿਹੜੀ ਰਿਟ ਪਈ ਸੀ ਉਹਦੇ ਕੰਟੈਂਟ ਕੀ ਸੀਗੇ ਜੀ, ਉਹ ਕੰਟੈਂਟ ਨੂੰ ਅੱਜ ਚੇਂਜ ਕਰਦੇ ਕਰਦੇ ਸੁਪਰੀਮ ਕੋਰਟ 'ਚ ਚੱਲ ਗਏ। ਸੁਪਰੀਮ ਕੋਰਟ 'ਚੋਂ ਨੀਚੇ ਮਾਨਯੋਗ ਸੁਪਰੀਮ ਕੋਰਟ ਨੇ ਜੋ ਡਾਇਰੈਕਸ਼ਨਸ ਦਿੱਤੀਆਂ, ਨਾ ਤਾਂ ਉਹਦੇ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੇ ਨਾ ਹੀ ਕੋਈ ਹੋਰ ਅਦਾਰਾ ਉਹਦੇ ਤੇ ਵਧੀਆ ਡਿਸੀਜਨ ਲੈ ਸਕਿਆ, ਕਿਉਂਕਿ ਜਿਹੜੀ ਜਿੱਦਾਂ ਪਾਲੀ ਜੀ ਨੇ ਕਿਹਾ ਹੈਪਨਡ ਹੈਜ਼ਰਡ ਜਾਂ ਕੋਈ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ, ਸਾਡੇ ਚੰਡੀਗੜ੍ਹ 'ਚ ਤਾਂ ਅੱਜ ਤੱਕ ਇੱਕ ਇੱਟ ਵੀ ਇਲੀਗਲ ਨਹੀਂ ਲੱਗੀ। ਓਕੇ, ਠੀਕ ਹੈ। ਜਿਹੜੀ ਪ੍ਰਾਪਰਟੀ ਦੀ, ਜੇ ਤੁਸੀਂ ਦੇਖੋ ਚੰਡੀਗੜ੍ਹ 28 ਪਿੰਡਾਂ ਨੂੰ ਜਾੜ ਕੇ ਵਸਿਆ, ਉਦੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜਾਂ ਜਦੋਂ CM ਪੰਜਾਬ ਹੁੰਦੇ ਸੀ ਤੇ ਇੱਥੇ ਉਹਨਾਂ ਨੇ ਬੁਲਾ ਕੇ ਲੋਕਾਂ ਨੂੰ ਪ੍ਰਾਪਰਟੀਆਂ ਦਿੱਤੀਆਂ। ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਅੱਜ ਤੱਕ ਪਰਸੈਂਟੇਜ 'ਚ ਪ੍ਰਾਪਰਟੀਆਂ ਵੇਚੀਆਂ। ਠੀਕ ਹੈ ਜੀ। ਅੱਜ ਹੁਣ ਚੰਡੀਗੜ੍ਹ ਦਾ ਦਾਇਰਾ ਜਿਹੜਾ 116 ਕਿਲੋਮੀਟਰ ਦਾ ਹੈ, ਉਹ ਵੱਧ ਨਹੀਂ ਸਕਦਾ। ਉਹਦੀ ਤਰਜ਼ ਤੇ ਹੀ ਪੰਜਾਬ ਨੇ ਮੋਹਾਲੀ ਵਸਾਇਆ, ਪੰਚਕੂਲਾ ਹਰਿਆਣਾ ਨੇ ਵਸਾਇਆ, ਜਿਹੜਾ ਕਿ ਜਿਹੜੇ ਐਸੋਸੀਏਸ਼ਨ ਨੇ ਜਾਂ ਕੁਝ ਬੰਦਿਆਂ ਨੇ ਰਿਟ ਪਾਈ ਹੈ ਜੀ, ਉਹਨਾਂ ਨੇ ਅੱਜ ਤੱਕ ਜਿਹੜੀ ਮਸ਼ਰੂਮਿੰਗ ਹੋਈ ਹੈ, ਚਾਹੇ ਤੁਸੀਂ ਜ਼ੀਰਕਪੁਰ 'ਚ ਲੈ ਲਓ ਚਾਹੇ ਖਰੜ 'ਚ ਲੈ ਲਓ, ਉਦੋਂ ਤੱਕ ਤਾਂ ਉਹਨਾਂ ਨੂੰ ਕੋਈ ਇੱਥੇ ਦਾ ਬਾਇਲਾਜ਼ ਜਾਂ ਸਿਸਟਮ ਯਾਦ ਨਹੀਂ ਆਇਆ। ਅੱਜ ਜੇ ਚੰਡੀਗੜ੍ਹ ਦੇ ਵਸਨੀਕ ਚੰਡੀਗੜ੍ਹ 'ਚ ਰਹਿਣਾ ਚਾਹੁੰਦੇ ਹੈ, ਇੱਕ ਬਹੂ ਦੇ ਜਾਂ ਇੱਕ ਬੰਦੇ ਦੇ 3 ਬੱਚੇ ਹੈ ਜਾਂ 2 ਬੱਚੇ ਹੈ ਜੀ, ਅਗਲਾ ਆਪਣਾ ਕੋਈ ਉਹਨੂੰ ਔਕੜ ਪੈ ਗਈ, ਸ਼ੇਅਰ ਵੇਚ ਕੇ ਆਪਣਾ ਕੋਈ ਕਾਰਜ ਕਰਨਾ ਚਾਹੁੰਦਾ, ਬੱਚੇ ਨੂੰ ਪੜ੍ਹਾਉਣਾ ਚਾਹੁੰਦਾ ਕੁਝ, ਇਹਦੇ ਨਾਲ ਭਾਜੀ ਜੋ ਇਹ ਫੈਸਲਾ ਲਿੱਤਾ ਗਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ, ਉਹ ਚੰਡੀਗੜ੍ਹ ਦੇ ਵਸਨੀਕਾਂ ਦਾ ਇੱਕ ਤਰ੍ਹਾਂ ਗਲਾ ਘੋਟ ਕੇ ਉਹਨਾਂ ਦਾ ਹੱਕ ਖੋਇਆ ਗਿਆ। ਪਾਲੇ ਜੀ, ਸੁਪਰੀਮ ਕੋਰਟ 'ਚ ਕਦੇ ਇਦਾਂ ਦੀ ਗੱਲ ਕਹੀ ਵੀ ਇੱਕ ਸੈਕਟਰ ਤੋਂ ਲੈ ਕੇ 30 ਸੈਕਟਰ ਤੱਕ, ਉਹ ਕੀ ਹੈ ਸਰ? 1 ਤੋਂ 30 ਸੈਕਟਰ ਜਿਹੜੇ ਆ ਇਹ ਇਨੀਸ਼ੀਅਲ ਫੇਸ 1 ਕਿਹਾ ਜਾਂਦਾ ਸੀਗਾ। ਸੋ ਫੇਸ 1 ਦੇ ਵਿੱਚ ਮਤਲਬ ਅਸਲ ਚੰਡੀਗੜ੍ਹ ਇਹਨੂੰ ਕਿਹਾ ਜਾਂਦਾ ਹੈ। ਫੇਸ 1 ਨਹੀਂ, ਚੰਡੀਗੜ੍ਹ ਦੀ ਪਲੈਨਿੰਗ ਤੇ ਸਾਰੀ ਬਾਹਰਲੇ ਦੂਏ ਸੈਕਟਰਾਂ ਦੀ ਵੀ ਓਰੀਜਨਲ ਪਲੈਨਿੰਗ ਦੇ ਵਿੱਚ ਹੀ ਸੀਗੀ। ਓਕੇ ਓਕੇ। ਤੇ ਫੇਸ 1 ਦੇ ਵਿੱਚ ਮੋٹے 22,000 ਰੈਜ਼ੀਡੈਂਸ਼ੀਅਲ ਪਲਾਟ ਹੈ, ਜਿਹੜੇ ਸਾਰੇ ਹਾਲੇ ਵਿਕੇ ਵੀ ਨਹੀਂ ਹੋਏ, ਕੁਝ ਰਹਿੰਦੇ ਆ। ਓਕੇ। 1 ਤੋਂ 30 ਸੈਕਟਰਾਂ ਤੇ ਪ੍ਰਾਈਵੇਟ ਰੈਜ਼ੀਡੈਂਸ਼ੀਅਲ ਪਲਾਟ, ਨਾਟ ਗਵਰਨਮੈਂਟ ਮਕਾਨ ਛੱਡ ਕੇ। ਸੋ ਇਹ 22,000 ਪਲਾਟਾਂ ਨੂੰ ਜੇ ਅਸੀਂ ਫੇਸ 1 ਚ ਮੰਨਦੇ ਹਾਂ, ਇਹਦੇ ਚ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਕਿ ਤੁਸੀਂ ਜ਼ੋਨਿੰਗ ਇਹਦੀ ਫਿਕਸ ਰੱਖੋ ਤਾਂ ਕਿ ਹਵਾ ਰੋਸ਼ਨੀ ਹਰ ਮਕਾਨ 'ਚ ਰਵੇ। ਜੋ ਓਰੀਜਨਲ ਪਲੈਨਿੰਗ ਹੈ ਜ਼ੋਨਿੰਗ ਦੀ, ਉਹਨੂੰ ਜਿਹੜਾ ਹੁਣ ਤੁਸੀਂ FAR ਵਧਾ ਚੁੱਕੇ ਹੋ, ਉਸ ਤੋਂ ਬਾਅਦ ਹੋਰ ਨਹੀਂ ਵਧਾਉਣਾ। ਠੀਕ ਹੈ। ਤੇ ਤੀਜਾ ਪੁਆਇੰਟ ਉਹਨੇ ਸਭ ਤੋਂ ਇੰਪੋਰਟੈਂਟ ਕਿਹਾ ਵੀ ਇਹਨਾਂ ਦੇ ਵਿੱਚ 3 ਮੰਜ਼ਿਲਾਂ ਤੋਂ ਵੱਧ ਨਹੀਂ ਕਰਨ ਦੇਣੀਆਂ ਪਹਿਲੇ 30 ਸੈਕਟਰਾਂ 'ਚ। ਤੇ ਇਹਦੇ ਵਿੱਚ ਉਹਨਾਂ ਨੇ ਕਮਰਸ਼ੀਅਲ ਬਿਲਡਿੰਗਸ ਤੇ ਇੰਡਸਟਰੀਅਲ ਬਿਲਡਿੰਗਸ ਤੇ ਗਵਰਨਮੈਂਟ ਹਾਊਸਿੰਗ ਨੂੰ ਨਹੀਂ ਇੰਕਲੂਡ ਕੀਤਾ, ਜਿਹੜੇ ਪ੍ਰਾਈਵੇਟ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਦੇ ਵਿੱਚ ਇਹ ਰੋਕ ਹੈ। ਠੀਕ ਹੈ। ਸੋ ਉਹਨਾਂ ਨੂੰ ਇਹ ਹੈਰੀਟੇਜ ਕਹਿਣਾ ਚਾਹੁੰਦੇ ਆ, ਬਾਕੀ ਜਿਹੜੇ ਸਾਡੇ ਓਪੋਨੈਂਟ ਕਹਿ ਸਕਦੇ ਆ। ਵੇਅਰ ਐਜ਼ ਜਦੋਂ ਹੈਰੀਟੇਜ ਦਾ ਪੁਆਇੰਟ ਆਇਆ ਤੇ ਜਿਹੜੀਆਂ ਗਵਰਨਮੈਂਟ ਬਿਲਡਿੰਗਸ ਆ, ਸੈਕਟਰੀਏਟ ਹੈਗੇ, ਜਿਓਮੈਟ੍ਰੀਕਲ ਹਿੱਲ ਹੈਗੀ ਆ, ਹਾਈ ਕੋਰਟ ਬਿਲਡਿੰਗ ਹੈਗੀ ਆ, ਇੱਦਾਂ ਦੇ UT ਸੈਕਟਰੀਏਟ ਹੈਗਾ 9 ਸੈਕਟਰ ਦਾ, ਜਾਂ 17 ਸੈਕਟਰ ਦੇ ਕੰਪਲੈਕਸ ਦੀਆਂ ਬਿਲਡਿੰਗਸ ਹੈਗੀਆਂ ਜਿਨ੍ਹਾਂ ਨੂੰ, ਜਾਂ ਸੇ ਨੀਲਮ ਸਿਨੇਮਾ ਹੈਗਾ ਜਾਂ ਕਿਰਨ ਸਿਨੇਮਾ ਹੈਗਾ, ਇਹਨਾਂ ਨੂੰ ਹੈਰੀਟੇਜ ਇਹਨਾਂ ਡਿਕਲੇਅਰ ਆਲਰੇਡੀ ਇੱਕ ਤਰੀਕੇ ਦੇ ਤੋੜ ਭੰਨ ਇਹਨਾਂ ਦੀ ਰੋਕੀ ਹੋਈ ਹੈ ਇਹਨਾਂ ਨੇ। ਠੀਕ ਹੈ। KC ਸਿਨੇਮਾ ਟੁੱਟ ਚੁੱਕਾ ਸੀ, ਉਹ ਵਿਚਾਰੇ ਉਹਦੇ ਓਨਰ ਹੈ ਜਿਹੜੇ ਉਹ ਰੁਕੇ ਹੋਏ ਬਣਾਉਣ ਤੋਂ ਇੱਦਾਂ ਢੇਰ ਪਿਆ ਉੱਥੇ, ਉਹ ਕਿਉਂਕਿ ਉਹ ਕੋਈ ਪੁਰਾਣਾ ਡਿਜ਼ਾਈਨ ਸੀ ਤੇ ਹੈਰੀਟੇਜ ਕਮੇਟੀ ਨੇ ਪਰਮਿਟ ਨਹੀਂ ਕੀਤਾ। ਹੁਣ ਸਾਡਾ ਕਹਿਣਾ ਇਹ ਆ ਕਿ ਹੈਰੀਟੇਜ ਜਿਹੜੀ, ਅਗਰ ਤੁਸੀਂ ਸੈਕਟਰ 1 ਤੋਂ 30 ਨੂੰ ਹੀ ਹੈਰੀਟੇਜ ਡਿਕਲੇਅਰ ਕਰ ਦਿੰਦੇ ਹੋ, ਸਪੋਜ਼ ਹੈਰੀਟੇਜ ਕਮੇਟੀ ਜਾਂ ਓਪੋਨੈਂਟ ਸਾਈਡ ਦੇ ਵਕੀਲ ਉਹਨੂੰ ਕੰਪੇਅਰ ਕਰ ਰਹੇ ਨੇ ਦਿੱਲੀ ਦੀ ਲੁਟੀਅਨ ਜ਼ੋਨ ਦੇ ਨਾਲ। ਦਿੱਲੀ ਦੀ ਦੇਖੋ ਏਰੀਆ ਹੈਗਾ ਤਕਰੀਬਨ
1560 ਸਕੁਅਰ ਕਿਲੋਮੀਟਰ। ਚੰਡੀਗੜ੍ਹ ਦਾ ਏਰੀਆ ਹੈਗਾ 114 ਸਕੁਅਰ ਕਿਲੋਮੀਟਰ। ਬਿਲਕੁਲ। ਲੁਟੀਅਨ ਜ਼ੋਨ ਦਾ ਏਰੀਆ ਹੈਗਾ 26 ਸਕੁਅਰ ਮੀਟਰ। ਉਹ ਵੀ ਰੈਜ਼ੀਡੈਂਸ਼ੀਅਲ ਜ਼ੋਨ ਹੈ ਲੁਟੀਅਨ ਦੀ, 26 ਸਕੁਅਰ ਮੀਟਰ ਹੈ। ਠੀਕ ਹੈ। ਤੇ 1 ਤੋਂ 30 ਸੈਕਟਰਾਂ ਦਾ ਏਰੀਆ ਤੁਸੀਂ ਸੋਚ ਲਓ, ਜੇ 114 ਪੂਰਾ ਹੈਗਾ ਤੇ ਕਮ ਸੇ ਕਮ 60 ਸਕੁਅਰ ਕਿਲੋਮੀਟਰ ਤੇ 1 ਤੋਂ 30 ਵੀ ਹੋਏਗਾ। ਅੱਧਾ ਸ਼ਹਿਰ ਥੋੜੀ ਤਾਲਾਬੰਦ ਹੋ ਸਕਦਾ। ਬਿਲਕੁਲ ਠੀਕ ਹੈ। ਹੁਣ ਜੇ ਅਸੀਂ 1 ਤੋਂ 3 ਮੰਜ਼ਿਲਾਂ ਬਣਾਉਂਦੇ ਆ, ਅਸੀਂ ਕਿਰਾਏਦਾਰ ਰੱਖੀਏ ਜਾਂ ਅਸੀਂ ਉਹਨੂੰ ਹਿੱਸਾ ਡਿਕਲੇਅਰ ਕਰਕੇ ਵੇਚੀਏ ਤੇ ਜਾਂ ਅਸੀਂ ਨਾ ਬਣਾਈਏ, 1 ਮੰਜ਼ਿਲ ਬਣਾ ਕੇ ਰੱਖੀਏ ਜੀ, ਉਹ ਸਾਡਾ ਇੱਕ ਮਲਕਾਨਾ ਹੱਕ ਹੈ। ਜਿਹੜਾ ਟਰਾਂਸਫਰ ਆਫ ਪ੍ਰਾਪਰਟੀ ਐਕਟ ਹੈ ਉਹ 1800 ਤਕਰੀਬਨ 87 ਤੋਂ ਚੱਲਦਾ ਪਿਆ। ਠੀਕ ਹੈ। ਉਹਦੇ 'ਚ ਛੋਟੀਆਂ-ਮੋਟੀਆਂ ਤਬਦੀਲੀਆਂ ਆਈਆਂ, ਕੁਝ ਇੰਪਰੂਵਮੈਂਟਸ ਆਈਆਂ, ਬੁਰਾਈ ਨਹੀਂ ਹੋਈ ਕੋਈ ਉਹਦੀ। ਉਹਦੇ ਇਲਾਵਾ ਇੱਕ ਪ੍ਰੀਐਮਪਸ਼ਨ ਦਾ ਲਾਅ ਸੀ ਪੰਜਾਬ ਦਾ, ਹਰਿਆਣੇ ਦਾ, ਹੋਰ ਏਰੀਆਜ਼ ਦਾ। ਉਹ ਲਾਅ ਇਹ ਸੀ ਜੋ ਇਹ ਪਹਿਲੇ ਗੱਲ ਕਰ ਰਹੇ ਸੀ ਵੀ ਇੱਕ ਦੂਜੇ 'ਚ ਘਰ 'ਚ ਹੀ ਵੇਚ ਸਕਦੇ ਆ ਜਾਂ ਦੂਜੇ ਬੰਦੇ ਨੂੰ ਪਹਿਲੇ ਹੱਕ ਦੇਣਾ ਪਏਗਾ। ਉਹ ਪੰਜਾਬ ਦੇ ਵਿੱਚ ਉਹ ਬੜੇ ਸਾਲ ਪਹਿਲੇ ਹੀ ਉਹ ਲਾਅ ਸਟ੍ਰਾਈਕ ਆਊਟ ਹੋ ਗਿਆ, ਬੰਦ ਕਰਤਾ ਗਿਆ। ਓਕੇ। ਤੇ ਜੇ ਉਹ ਇਹ ਦੁਬਾਰਾ ਇਹਨੂੰ ਬੈਕਡੋਰ ਐਂਟਰੀ ਦੇ ਰਹੇ ਆ ਇਸ ਲਾਅ ਨੂੰ ਕਿ ਵੀ ਅਸੀਂ ਆਪਣਾ ਹਿੱਸਾ ਆਪਣੀ ਮਰਜ਼ੀ ਨਾਲ ਵੇਚੀਏ, ਆਪਣੀ ਮਰਜ਼ੀ ਨਾਲ ਹੀ ਰੱਖੀਏ, ਕਿਸੇ ਹੋਰ ਨੂੰ ਹੱਕ ਨਾ ਰਵੇ। ਜਿਹੜਾ ਇੱਕ ਅਮੀਰ ਭਾਈ ਬੰਧੂ ਹੈ ਇੱਕ ਫੈਮਿਲੀ ਦਾ, ਉਹ ਬਾਕੀ ਸਿਬਲਿੰਗਸ ਦਾ ਸਾਰਾ ਪ੍ਰਾਪਰਟੀ ਦਾ ਹੱਕ ਹੜਪ ਜਾਏ ਸਸਤਾ ਕਰਕੇ। ਕਮਲ ਜੀ ਮੈਂ ਨਾ ਫਿਰ ਮੈਨੂੰ ਸਰਲ ਭਾਸ਼ਾ 'ਚ ਦੱਸਿਓ, ਚੰਡੀਗੜ੍ਹ ਦੇ 1 ਤੋਂ 30 ਸੈਕਟਰ ਦੇ ਜਿਹੜੇ ਸ਼ੇਅਰ 'ਚ ਨੇ ਜਿਹੜੀਆਂ ਪ੍ਰਾਪਰਟੀਆਂ, ਕੀ ਉਹ ਅੱਜ ਅੱਗੇ ਵੇਚ ਸਕਦੀਆਂ ਨੇ? ਤੇ 30 ਸੈਕਟਰ ਤੋਂ ਅੱਗੇ ਜਿਹੜੇ ਸੈਕਟਰ ਨੇ, ਕੀ ਉਹ ਸ਼ੇਅਰ ਹੋਲਡਰ ਜਿਹੜੇ ਨੇ ਉਹ ਪ੍ਰਾਪਰਟੀ ਵੇਚ ਸਕਦੇ ਨੇ? ਤੇ ਟੋਟਲ ਕਿੰਨੇ ਲੋਕ ਇਹਦੇ ਨਾਲ ਅਫੈਕਟ ਹੋ ਰਹੇ ਆ? ਭਾਈ ਸਾਹਿਬ ਇੱਦਾਂ ਹੈ, ਜਿਹੜੀ ਐਜ਼ ਔਨ ਟੂਡੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕੱਢੀ ਹੈ ਗਾਈਡਲਾਈਨ, SOP ਦਿੱਤੀ ਹੈ, ਉਹਦੇ ਮੁਤਾਬਕ ਨਾ ਤਾਂ ਫੇਸ 1 'ਚ ਨਾ ਫੇਸ 2 'ਚ। ਓਕੇ। ਕਹਿਣ ਦਾ ਮਤਲਬ 30 ਤੋਂ ਪਹਿਲਾਂ ਜਾਂ 30 ਤੋਂ ਬਾਅਦ ਹੀ ਇਹਨਾਂ ਨੇ ਬਾਈਫਰਕੇਸ਼ਨ ਲਈ ਹੋਣੀ। ਜਿਹੜੇ ਪਹਿਲੋਂ ਸ਼ੇਅਰ ਹੋਲਡਰ ਨੇ ਉਹ ਨਹੀਂ ਵੇਚ ਸਕਦੇ ਸਰ, ਉਹ ਵੇਚ ਨਹੀਂ ਸਕਦੇ। ਵੇਚ ਨਹੀਂ ਸਕਦੇ। ਇਹ ਕਿਵੇਂ ਪੋਸੀਬਲ ਹੈ? ਇਹ ਤੇ ਲੋਕਾਂ ਦੇ ਰਾਈਟ ਤੇ ਸਿੱਧਾ ਹਮਲਾ ਨਹੀਂ ਗਾ। ਜੇ ਵੀਰ ਜੀ ਵੇਚਣਾ ਹੈ ਤਾਂ ਉਹਨਾਂ ਨੂੰ ਆਪਣੀ ਮਤਲਬ ਕੋ ਓਨਰ ਨੂੰ ਹੀ ਵੇਚਣਾ ਪਏਗਾ। ਬਿਲਕੁਲ ਹੀ ਨਜਾਇਜ਼ ਕੀਤਾ ਜੀ ਇਹਨਾਂ ਨੇ। ਕੋ ਓਨਰ ਮਤਲਬ ਜਿਹੜਾ ਥੱਲੇ ਜਿਹੜਾ ਮਾਲਕ ਹੈ, ਸਪੋਜ਼ਿੰਗ ਜਿਹੜਾ ਇੱਕ ਦੂਜੇ ਨੂੰ ਵੇਚ ਸਕਦੇ ਆ। 30% ਵਾਲਾ 50 ਵਾਲੇ ਨੂੰ ਵੇਚਦਾ, 20 ਵਾਲੇ ਨੂੰ ਵੇਚਦਾ, ਆਪਸ 'ਚ ਵੇਚਦੇ ਸਕਦੇ ਨੇ। ਤੇ ਜੇ ਦੋਨੋਂ ਇਕੱਠੇ ਹੋ ਕੇ ਕਹਿਣ ਵੀ ਇਹ ਵੇਚ ਦਈਏ, ਫਿਰ ਸਾਰੇ ਇਕੱਠੇ ਹੋ ਕੇ, ਤਿੰਨੋਂ ਇਕੱਠੇ ਹੋ ਕੇ ਇੱਕ ਬੰਦੇ ਨੂੰ ਵੇਚ ਸਕਦੇ ਆ। ਵੇਚ ਸਕਦੇ ਆ। ਇਹ ਬਾਉਂਡ ਕਰਤਾ। ਹਾਂ, ਬਾਉਂਡ ਕਰਤਾ ਤਿੰਨੋਂ ਜਾਣੇ, ਮਤਲਬ ਦੋ ਉਹਦਾ ਅਰਥ ਇਹ ਹੋ ਗਿਆ, ਇਹ ਡਿਸੀਜਨ ਦਾ ਇਹ ਅਰਥ ਨਹੀਂ ਨਿਕਲਦਾ ਵੀ ਜਿਹੜਾ ਇੱਕ ਮੀਡੀਅਮ ਵਰਗ ਆ, ਗਰੀਬ ਵਰਗ ਆ, ਜਿਹਨੇ ਸੁਪਨਾ ਲਿਆ ਵੀ ਮੈਂ ਚੰਡੀਗੜ੍ਹ 'ਚ ਛੋਟਾ ਜਿਹਾ ਘਰ ਲਵਾਂ, ਤੇ ਉਹਦਾ ਸੁਪਨਾ ਤੇ ਚਕਨਾਚੂਰ ਹੋ ਗਿਆ ਪੂਰੀ ਤਰ੍ਹਾਂ। ਬਿਲਕੁਲ ਚਕਨਾਚੂਰ ਹੋ ਗਿਆ ਜੀ। ਹੁਣ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਅਫੋਰਡੇਬਲ ਹਾਊਸਿੰਗ ਸਕੀਮ ਸੀਗੀ, ਉਹ ਚੰਡੀਗੜ੍ਹ ਨੂੰ ਵੀ ਪ੍ਰਮੋਟ ਕਰਨੀ ਚਾਹੀਦੀ ਸੀ। ਇਹ ਵੇਅਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਬਿਲਕੁਲ ਉਹਦੇ ਉਲਟ ਚੱਲ ਰਹੀ ਹੈ ਜੀ। ਮੋਦੀ ਸਾਹਿਬ ਨੇ ਸਲੋਗਨ ਦਿੱਤਾ ਸੀ ਅਫੋਰਡੇਬਲ ਹਾਊਸਿੰਗ ਫॉर ਆਲ। ਬਿਲਕੁਲ ਠੀਕ ਹੈ, ਇਹ ਹਰੇਕ ਸਟੇਟ 'ਚ ਚੱਲਦਾ। ਹਾਂ, ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਮਤਲਬ ਆਮ ਆਦਮੀ ਵਾਸਤੇ ਬਿਲਕੁਲ ਹੀ ਜਿਹੜਾ ਐਂਟਰੀ ਪੁਆਇੰਟ ਬਿਲਕੁਲ ਬੰਦ ਕਰਤਾ ਜੀ। ਓਕੇ, ਅਮੀਰ ਹੀ ਰਹਿ ਸਕਦਾ ਚੰਡੀਗੜ੍ਹ? ਅਮੀਰ ਹੀ ਰਹਿ ਸਕਦੇ। ਵਿਕਰਮ ਜੀ, ਇੱਕ ਮੈਂ ਖਬਰਾਂ ਪੜ੍ਹਦਾ ਹੁੰਦਾ ਸੀ, ਤੁਸੀਂ ਵੀ ਉੱਤੇ ਪ੍ਰੋਟੈਸਟ ਕਰਦੇ ਸੀ, ਸੁਣਦਾ ਸੀ ਵੀ ਇਹ ਬੜਾ ਜਿਹੜੇ ਪਟੀਸ਼ਨਰ ਸੀ ਉਹਨਾਂ ਨੇ ਕਿਹਾ ਵੀ ਜਿਹੜਾ ਹੈਰੀਟੇਜ ਹੈ, ਵਿਰਾਸਤ ਹੈ, ਉਹਨੂੰ ਬਹੁਤ ਸੱਟ ਲੱਗ ਰਹੀ ਆ ਸ਼ੇਅਰਡ ਪ੍ਰੋਪਰਟੀ ਕਰਕੇ ਤੇ ਨੁਕਸਾਨ ਹੋ ਰਿਹਾ। ਇੱਕ ਤੇ ਉਹਦੇ ਬਾਰੇ ਦੱਸਿਓ ਵੀ ਕਿੰਨਾ ਕੁ ਨੁਕਸਾਨ ਹੋਇਆ। ਦੂਸਰੀ ਗੱਲ ਇਹ ਵੀ ਹੈਰੀਟੇਜ ਠੀਕ ਹੈ, ਕਾਇਮ ਰਹਿਣਾ ਚਾਹੀਦਾ, ਇਕੱਲੇ ਚੰਡੀਗੜ੍ਹ ਦਾ ਨਹੀਂ, ਇੰਡੀਆ ਦਾ ਹੀ ਕਾਇਮ ਰਹਿਣਾ ਚਾਹੀਦਾ, ਪਰ ਜਦੋਂ ਯੁੱਗ ਬਦਲਦਾ ਹੈ ਤੇ ਸਮੇਂ ਮੁਤਾਬਕ ਫਿਰ ਲੋਕਾਂ ਦੀਆਂ ਲੋੜਾਂ ਨੂੰ ਵੀ ਇਨ ਵਿਊ ਨਹੀਂ ਰੱਖਣਾ ਚਾਹੀਦਾ। ਭਾਜੀ ਤੁਸੀਂ ਬਹੁਤ ਸਹੀ ਕਿਹਾ। ਤੁਸੀਂ ਇਹ ਦੇਖੋ, ਦੋ ਚੀਜ਼ਾਂ, ਇੱਕ ਹੈਰੀਟੇਜ ਤੇ ਇੱਕ ਮਾਨਯੋਗ ਲਾ ਕਾਰਬੂਜ਼ੀਅਰ ਸਾਹਿਬ, ਜਿਨ੍ਹਾਂ ਨੇ ਇਸ ਚੰਡੀਗੜ੍ਹ ਨੂੰ ਡਿਜ਼ਾਈਨ ਕੀਤਾ ਸੀ। ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੀ ਹੋਰ ਵਧਾਉਣਾ ਚਾਹਾਂਗਾ। ਉਹਨਾਂ ਨੇ ਆਸਟ੍ਰੇਲੀਆ ਦਾ ਇੱਕ ਹੋਰ ਸਿਟੀ ਵੀ ਡਿਜ਼ਾਈਨ ਕੀਤਾ ਸੀ, ਉਹਦਾ ਨਾਮ ਹੈ ਐਡਲੇਡ ਜੀ, ਜਿਹੜਾ ਕਿ ਚੰਡੀਗੜ੍ਹ ਤੋਂ ਪਹਿਲਾਂ ਡਿਜ਼ਾਈਨ ਹੋਇਆ ਸੀ। ਓਕੇ। ਉੱਥੇ ਅੱਜ ਤੱਕ ਕੋਈ ਹੈਰੀਟੇਜ ਕਮੇਟੀ ਨਹੀਂ ਹੈ। ਠੀਕ ਹੈ ਜੀ। ਔਰ ਇਹ ਹਾਲੇ ਜਿਹੜਾ ਚੰਡੀਗੜ੍ਹ ਹੈ ਪੂਰੀ ਤਰ੍ਹਾਂ ਡਿਵੈਲਪ ਵੀ ਨਹੀਂ ਹੋਇਆ। ਮੈਨੂੰ ਤਾਂ ਇਹ ਨਹੀਂ ਸਮਝ ਲੱਗਿਆ ਵੀ ਇੱਥੇ ਹੈਰੀਟੇਜ ਕਮੇਟੀ ਕਿਸ ਚੀਜ਼ ਦੀ ਔਰ ਕਾਹਦੇ ਕਰਕੇ ਬਣਾਈ ਗਈ। ਠੀਕ ਹੈ, ਤੁਹਾਡੀ ਜਾਣਕਾਰੀ ਲਈ ਹੋਰ ਮੈਂ ਦੱਸਣਾ ਚਾਹੂੰਗਾ, ਜਿਹੜੇ ਬੰਦਿਆਂ ਨੇ ਰਿਟ ਪਾਈ ਹੈ ਉਸ 10 ਸੈਕਟਰ ਦੇ ਵਿੱਚ, ਜੇ ਤੁਸੀਂ ਵੀ 10 ਸੈਕਟਰ ਚੰਗੀ ਤਰ੍ਹਾਂ ਦੇਖਿਆ ਹੋਏਗਾ, ਉੱਥੇ ਮਾਊਂਟ ਵਿਊ ਹੋਟਲ ਵੀ ਹੈ। ਮਾਊਂਟ ਵਿਊ ਹੋਟਲ ਦੇ ਵਿੱਚ ਇਹਨਾਂ ਨੇ ਨਵੀਂ ਉਸਾਰੀ ਕੀਤੀ, ਉਦੋਂ ਹੈਰੀਟੇਜ ਕਿੱਥੇ ਗਿਆ ਸੀਗਾ ਜੀ। ਫਿਰ ਉੱਥੇ ਚੀਪ ਹਾਊਸਿਸ ਸੀਗੇ 10 ਸੈਕਟਰ ਦੇ ਵਿੱਚ, ਉਹ ਚੀਪ ਹਾਊਸਿਸ ਚੁੱਪ ਚਪੀਤੇ ਸਾਰੇ ਢਾਹ ਦਿੱਤੇ ਗਏ
ਕਦੋਂ ਅਕਵਾਇਰ ਸਰਕਾਰ ਨੇ ਕੀਤੇ, ਕਦੋਂ ਉੱਥੇ ਵੱਡੀਆਂ ਕੋਠੀਆਂ ਦਾ ਨਿਰਮਾਣ ਹੋ ਗਿਆ, ਉਦੋਂ ਇਹ ਰੈਜ਼ੀਡੈਂਟ ਨਹੀਂ ਬੋਲੇ, ਉਦੋਂ ਜਿਹੜੇ ਬੰਦਿਆਂ ਨੇ ਰਿਟ ਪਾਈ ਉਹ ਨਹੀਂ ਬੋਲੇ। ਠੀਕ ਹੈ, ਇਹ ਔਰ ਜਦੋਂ ਕਿਸੇ ਅਮੀਰ ਆਦਮੀ ਨੂੰ, ਤੁਹਾਡਾ ਕਹਿਣ ਦਾ ਭਾਵ ਇਹ ਹੈ ਵੀ ਅਫਸਰਸ਼ਾਹੀ ਕਾਰਬਿਊਜੀਓ ਨੂੰ ਉਦੋਂ ਵਰਤ ਲੈਂਦੀ ਹੈ ਜਾਂ ਹੈਰੀਟੇਜ ਨੂੰ ਉਦੋਂ ਵਰਤ ਲੈਂਦੀ ਆ ਜਦੋਂ ਉਹਨਾਂ ਦਾ ਇੰਟਰਸਟ ਹੋਵੇ, ਤੇ ਜਦੋਂ ਪਬਲਿਕ ਇੰਟਰਸਟ ਹੋਵੇ ਤਾਂ ਫਿਰ ਹੋਰ ਤਰ੍ਹਾਂ ਇਹ ਗਰੀਬਾਂ ਔਰ ਇੱਕ ਆਮ ਇਨਸਾਨ ਦੇ ਅਗੇਂਸਟ ਦੋਨੋਂ ਚੀਜ਼ਾਂ ਨੂੰ ਵਰਤਿਆ ਜਾਂਦਾ ਹੈ। ਪਹਿਲੇ ਜੀ ਮੈਂ ਇਹ ਪੁੱਛਣਾ ਚਾਹੁੰਦਾ, ਕਿਉਂਕਿ ਲੱਗਦਾ ਵੀ ਤੁਸੀਂ ਇਹ ਕੇਸ ਨਾਲ ਬੜੀ ਚੰਗੀ ਤਾਂ ਜੁੜੇ ਜੇ। ਇਹ ਹੈਰੀਟੇਜ ਜਿਹੜਾ ਹਊਆ ਬਣਾਇਆ, ਅਸਲ 'ਚ ਹੈਰੀਟੇਜ ਉਹ 28 ਪੰਜਾਬੀ ਪਿੰਡ ਨਹੀਂ ਕਿ ਜਿਹੜੇ ਜਿਨ੍ਹਾਂ ਨੂੰ ਉਜਾੜ ਕੇ ਤੇ ਇੱਕ ਖੂਬਸੂਰਤ ਸ਼ਹਿਰ ਵਸਾਇਆ। ਔਰ ਕਿਹਾ ਤੇ ਇਹ ਵੀ ਜਾਂਦਾ, ਵੈਸੇ ਅੱਜ ਦਾ ਮੁੱਦਾ ਨਹੀਂਗਾ ਵੀ ਪਹਿਲੋਂ 17 ਪਿੰਡ ਉਜਾੜੇ 1952 ਤੋਂ ਲੈ ਕੇ 66 ਤੱਕ, ਉਹਨਾਂ ਦਾ ਤਾਂ ਕਿਤੇ ਮੁੜ ਵਸੇਬਾ ਹੋ ਗਿਆ, ਤੇ ਜਿਹੜੇ 1966 ਤੋਂ 74 ਤੱਕ 11 ਉਜਾੜੇ ਸੀ ਪਿੰਡ, ਅੱਜ ਤੱਕ ਵੀ ਉਹਨਾਂ ਦਾ ਮੁੜ ਵਸੇਬਾ ਨਹੀਂ ਕੀਤਾ। ਔਰ ਉਹ ਪਿੰਡਾਂ ਦੇ ਲੋਕ ਚੀਕ ਚਿਹਾੜਾ ਪਾ ਰਹੇ ਆ ਵੀ ਜੇ ਤੁਸੀਂ ਸਾਨੂੰ ਜਮਾ ਹੀ ਮਾਰਤਾ, ਸਾਨੂੰ ਮਲੀਆਂ ਮੇਟ ਕਰਤਾ। ਜਿਹੜੇ ਚੌਂਕ ਨੇ ਸੈਕਟਰਾਂ ਦੇ, ਉੱਥੇ ਇੱਕ ਛੋਟੀ ਜਿਹੀ ਇੱਕ ਇਹ ਵੀ ਤਖਤੀ ਲਾ ਦਿਓ ਵੀ ਇਹ ਪਿੰਡ ਹੱਲੋ ਮਾਜਰਾ ਸੀ ਜਾਂ ਇਹ ਕੈਲੜ ਪਿੰਡ ਸੀ, ਵੀ ਪਿੰਡ ਦਾ ਨਾਂ ਹੀ ਲਿਖ ਦਿਓ। ਉੱਥੇ ਤੇ ਇਹਨਾਂ ਨੂੰ ਹੈਰੀਟੇਜ ਯਾਦ ਨਹੀਂ ਆਉਂਦੀ, ਪਰ ਜਦੋਂ ਇਦਾਂ ਦੇ ਫੈਸਲੇ ਕਰਦੇ ਨੇ ਫਿਰ ਹੈਰੀਟੇਜ ਕਹਿੰਦੇ ਬਹੁਤ ਵੱਡਾ ਮੁੱਦਾ ਬਣ ਜਾਂਦਾ। ਸਰ ਇਹ ਨਾ ਤੁਹਾਡੀ ਗੱਲ ਬਿਲਕੁਲ ਡੰਕੇ ਤੇ ਜਿਹਨੂੰ ਕਹਿੰਦੇ ਚੋਟ ਮਾਰਨ ਵਾਲੀ ਆ ਵੀ ਹੈਰੀਟੇਜ ਦੇ ਜਿਹੜੇ ਪਿੰਡ ਆ, ਓਰੀਜਨਲ ਹੈਰੀਟੇਜ ਤੇ ਚੰਡੀਗੜ੍ਹ ਸ਼ਹਿਰ ਉਹਦੇ ਚੋਂ ਨਿਕਲ ਕੇ ਬਣਿਆ ਜੀ, ਉਹਦਾ ਕੁਛ ਨਾ ਕੁਛ ਹਰ ਜਗ੍ਹਾ ਤੇ ਮੈਂਸ਼ਨ ਆਉਣਾ ਚਾਹੀਦਾ, ਨਿਸ਼ਾਨੀ ਤੇ ਚਾਹੀਦੀ ਨਾ। ਜਿਵੇਂ 17 ਸੈਕਟਰ ਹੈ, 17 ਸੈਕਟਰ 'ਚ ਵੀ ਇੱਕ ਪਲਾਕ ਲੱਗਣਾ ਚਾਹੀਦਾ ਵੀ ਇਹ ਫਲਾਂ ਪਿੰਡ ਦਾ ਏਰੀਆ ਹੈ, ਤੇ ਉਹਦੇ ਨਾਲ ਤੇ ਕੁਝ ਬੰਦਾ ਪੁਰਾਣੀ ਹੈਰੀਟੇਜ ਸੋਚੇ। ਹੁਣ ਵੀ ਫੋਟੋਆਂ ਘੁੰਮਦੀਆਂ ਸਾਡੇ WhatsApp ਤੇ ਕਈ ਵਾਰੀ, ਪੁਰਾਣੀਆਂ ਫੋਟੋਆਂ ਸਾਡੇ ਦੋਸਤਾਂ ਦੇ ਪੇਰੈਂਟਸ ਦੇ ਪਿੰਡ ਸੀ ਇੱਥੇ। ਤੇ ਮੈਂ ਕਿਤਾਬ ਲਿਖੀ ਸੀ ਚੰਡੀਗੜ੍ਹ ਤੇ, ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ। ਜੇ ਤੁਸੀਂ ਪੜ੍ਹੋਗੇ ਤੇ ਤੁਹਾਡੀਆਂ ਅੱਖਾਂ ਗਿੱਲੀਆਂ ਹੋ ਜਾਣਗੀਆਂ ਕਿਵੇਂ ਇਹਨਾਂ ਨੇ ਉਹਨੂੰ ਉਜਾੜਿਆ। ਪੜਾਂਗੇ। ਤੇ ਹੈਰੀਟੇਜ ਚੰਡੀਗੜ੍ਹ ਦੇ ਵਿੱਚ ਮੁੱਦਾ ਉਠਾਉਣ ਵਾਲੇ ਕੁਝ ਚੰਦ ਬੰਦੇ ਸੀ। ਇੱਕ ਤੇ ਚਲੋ ਆਪਣੇ ਇੱਕ ਸ਼ਹਿਰ ਦੀ ਐਡਵਾਈਜ਼ਰੀ ਕਾਉਂਸਲ ਹੈਗੀ ਹੈ, ਉਹਦੇ 'ਚ ਵੀ ਇਹ ਪੁਆਇੰਟ ਉੱਠਿਆ ਵੀ ਚਲੋ ਇਹਦੀ ਕੁਝ ਸਟੈਂਡਰਡ ਮੇਨਟੇਨ ਕੀਤੇ ਜਾਣ। ਠੀਕ ਹੈ। ਔਰ ਉਹ ਸਾਡੇ ਸ਼ਹਿਰ ਦੇ ਸਟੈਂਡਰਡ ਬੜੇ ਅੱਛੇ ਮੇਨਟੇਨਡ ਆ। ਜਿਹੜੀਆਂ ਬਿਲਡਿੰਗਸ ਆ, ਵੱਡੀਆਂ ਬਿਲਡਿੰਗਸ ਆ, ਉਹਨਾਂ ਤੇ ਐਲੀਵੇਸ਼ਨ ਫਿਕਸ ਹੈ, ਘਰਾਂ ਦੀ ਹਾਈਟ ਫਿਕਸ ਹੈ, ਅੱਗੇ ਪਿੱਛੇ ਦੀ ਗ੍ਰੀਨ ਔਰ ਹਾਰਡ ਪਾਰਕਿੰਗ ਫਿਕਸ ਹੈ, ਰੋਡਸ ਦੀ ਵਿਡਥ ਫਿਕਸ ਹੈ। ਇਹ ਤੇ ਇੱਕ ਮੇਨਟੇਨੈਂਸ ਆਫ ਆਰਕੀਟੈਕਚਰਲ ਨੋਰਮਸ ਹੈ ਜਿਹੜੀ ਲੀ ਕਾਰਬੂਜ਼ੀਓ ਦੇ ਟਾਈਮ ਤੋਂ ਹੁਣ ਤੱਕ ਚੱਲੀ ਆ ਰਹੀ ਹੈ। ਹੁਣ ਹੈਰੀਟੇਜ ਦੇ ਏਰੀਏ ਇਹ ਇੱਕ ਮੁੱਦਾ ਉਠਾਇਆ ਗਿਆ ਸੀ ਕਿ ਵੀ ਚੰਡੀਗੜ੍ਹ ਦੇ ਕਿਹੜੇ ਏਰੀਏ ਨੂੰ ਡਿਕਲੇਅਰ ਕੀਤਾ ਜਾਏ ਹੈਰੀਟੇਜ ਜੀ। ਉਹਦੇ 'ਚ ਇਹਨਾਂ ਨੇ ਡਿਕਲੇਅਰ ਕੀਤਾ, ਇੱਕ ਫ੍ਰੈਂਚ ਐਸੋਸੀਏਸ਼ਨ ਹੈ, ਸਮਝੋ ਆਰਗੇਨਾਈਜੇਸ਼ਨ ਹੈ, ਆਲੀਓ ਫਰਾਂਸੇ, ਫ੍ਰੈਂਚ ਲੈਂਗੁਏਜ ਨੂੰ ਪ੍ਰਮੋਟ ਕਰਦੇ ਆ। ਚੰਡੀਗੜ੍ਹ 36 ਸੈਕਟਰ ਆਫਿਸ ਵੀ ਅੱਛੀ ਆਰਗੇਨਾਈਜੇਸ਼ਨ ਹੈ। ਉਹਨਾਂ ਵੱਲੋਂ ਇੱਕ ਫਰਾਂਸ ਵਿੱਚ ਮੁੱਦਾ ਉਠਾਇਆ ਗਿਆ ਤੇ ਉਹਨਾਂ ਨੇ ਇੱਕ ਯੂਨੈਸਕੋ ਦੇ ਵਿੱਚ ਰਿਕੁਐਸਟ ਪਾਈ ਫ੍ਰੈਂਚ ਆਰਗੇਨਾਈਜੇਸ਼ਨਸ ਨੇ ਕਿ ਵੀ ਚੰਡੀਗੜ੍ਹ ਦੇ ਵਿੱਚ ਕੁਝ ਏਰੀਆ ਲੀ ਕਾਰਬੂਜ਼ੀਅਰ ਦੇ ਵਰਕਸ ਨੂੰ ਡੈਡੀਕੇਟ ਕੀਤਾ ਜਾਵੇ। ਇਟ ਇਜ਼ ਨਾਟ ਹੈਰੀਟੇਜ, ਇਟ ਇਜ਼ ਅ ਡੈਡੀਕੇਟਡ ਏਰੀਆ ਵੀ ਉਹਨਾਂ ਦੇ ਨਾਮ ਨੂੰ ਰੋਸ਼ਨ ਰੱਖਣ ਲਈ ਜੀ। ਉਹ ਏਰੀਆ ਹੈਗਾ ਆਪਣਾ ਸੈਕਟਰੀਏਟ ਦਾ, ਜਿਹੜੀ ਆਪਣੇ ਕੈਪੀਟਲ ਕੰਪਲੈਕਸ ਹੈ, ਵਿਧਾਨ ਸਭਾ ਹੈ, ਓਪਨ ਹੈਂਡ ਮੋਨੂਮੈਂਟ ਹੈ, ਜਿਓਮੈਟ੍ਰਿਕਲ ਹਿੱਲ ਹੈ, ਹਾਈ ਕੋਰਟ ਹੈ, ਉਹਦੇ ਨਾਲ ਦੇ ਏਰੀਆ ਸਾਰੇ। ਬਾਕੀ ਏਰੀਆ ਕੋਈ ਵੀ ਉਹਨਾਂ ਨੇ ਐਸਾ ਹੈਰੀਟੇਜ ਡਿਕਲੇਅਰ ਹਾਲੇ ਤੱਕ ਕੀਤਾ ਕੋਈ ਨਹੀਂ। ਓਕੇ। ਇਹ ਹੈਰੀਟੇਜ ਕਮੇਟੀ ਕਿਵੇਂ ਆਉਂਦੀ ਹੈ, ਕਿਵੇਂ ਚਲੇ ਜਾਂਦੀ, ਕਿਸੇ ਨੂੰ ਪਤਾ ਨਹੀਂ ਹੈ। ਇਹਦੀ ਕੋਈ ਸਟੈਚੂਟ ਦੀ ਵੈਲਿਊ ਕੋਈ ਨਹੀਂ ਹੈ। ਇਹ ਪਹਿਲੀ ਵਾਰੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਆਨਰੇਬਲ ਸੁਪਰੀਮ ਕੋਰਟ ਤੋਂ ਇੱਕ ਡਾਇਰੈਕਸ਼ਨ ਕੱਢੀ ਹੈ ਕਿ ਵੀ ਹੈਰੀਟੇਜ ਕਮੇਟੀ ਜੇ ਹੈਗੀ ਹੈ ਤੇ ਉਹਨੂੰ ਪੁੱਛਿਆ ਜਾਵੇ। ਥੋੜਾ ਜਿਹਾ ਵੀ ਮੇਰਾ ਸਵਾਲ ਐਡ ਕਰਿਓ, ਜਦੋਂ ਇਹ ਪਟੀਸ਼ਨ ਚੱਲ ਰਹੀ ਸੀ, ਸੁਣਵਾਈ ਹੋ ਰਹੀ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ, ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਕੀ ਸਟੈਂਡ ਸੀ? ਚੰਡੀਗੜ੍ਹ ਪ੍ਰਸ਼ਾਸਨ ਦਾ ਸਟੈਂਡ ਸੀ ਵੀ ਜੋ ਚੰਡੀਗੜ੍ਹ 'ਚ ਹੋ ਰਿਹਾ, ਸ਼ੇਅਰ ਜਾ ਰਿਹਾ, ਕੁਝ ਇਲੀਗਲ ਨਹੀਂ ਹੈ, ਅਸੀਂ ਕੋਈ ਫਲੈਟ ਦੀ ਰਜਿਸਟਰੀ ਨਹੀਂ ਕਰਦੇ। ਔਰ ਹਾਈ ਕੋਰਟ 'ਚ ਵੀ ਇਹੀ ਸਟੈਂਡ ਸੀ ਔਰ ਸੁਪਰੀਮ ਕੋਰਟ 'ਚ ਵੀ ਚੰਡੀਗੜ੍ਹ ਪ੍ਰਸ਼ਾਸਨ ਦਾ ਹੀ ਸਟੈਂਡ ਸੀ। ਈਵਨ ਸਾਡੇ ਚੰਡੀਗੜ੍ਹ ਸ਼ਹਿਰ ਦੇ ਬੜੇ ਆਨਰੇਬਲ ਅੱਛੇ DC ਸਾਹਿਬ ਹੈ, ਉਹਨਾਂ ਨੇ ਜਾ ਕੇ ਵੀ ਇਹੀ ਸਟੈਂਡ ਲਿੱਤਾ ਸੀ ਉੱਥੇ। ਤੇ ਫਿਰ ਨੋਟੀਫਾਈ ਕਿਉਂ ਗਲਤ ਕਰਤਾ? ਉਹ ਫਿਰ ਉਹ ਪ੍ਰੋਬੇਬਲੀ ਜੋ ਸੁਣਨ ਚ ਆਉਂਦਾ ਵੀ DC ਸਾਹਿਬ ਨੂੰ ਕਿਸੇ ਐਡਵੋਕੇਟ ਸਾਹਿਬ ਨੇ ਈਮੇਲਸ ਪਾਈਆਂ। 10 ਤਰੀਕ ਦਾ ਆਰਡਰ ਸੀ, 11 ਤਰੀਕ ਨੂੰ ਵੀ ਰਜਿਸਟਰੀਆਂ ਹੋਈਆਂ, ਉਦੋਂ ਬਾਅਦ ਵੀ ਹੋਈਆਂ। ਓਕੇ। ਔਰ 12 ਤਰੀਕ ਨੂੰ ਉਹਨਾਂ ਨੇ ਇੱਕ ਈਮੇਲ ਰਿਸੀਵ ਕੀਤੀ ਹੈ ਜਿਹਦੇ 'ਚ ਕਿਹਾ ਗਿਆ ਕਿ ਵੀ ਤੁਸੀਂ ਰਜਿਸਟਰੀ ਕੀਤੀ ਹੈ, ਸੁਪਰੀਮ ਕੋਰਟ ਦੇ ਆਰਡਰ ਦੇ ਖਿਲਾਫ ਹੈ ਤੇ ਮੈਂ ਤੁਹਾਨੂੰ ਸੁਪਰੀਮ ਕੋਰਟ ਲੈ ਕੇ ਜਾਵਾਂਗਾ। ਉਹ ਡਰ ਗਏ। ਉਹ ਇਹ ਨਹੀਂ ਕਿਹਾ ਕੰਟੈਂਪਟ 'ਚ ਲੈ ਕੇ ਜਾਵਾਂਗਾ, ਇੰਨੇ ਤੁਸੀਂ ਵਿਚਾਰੇ ਘਬਰ ਗਏ। ਅੱਛਾ। ਨਾਲ ਉਹ ਸੁਣਨ ਚ ਆਉਂਦਾ ਵੀ ਇਹ ਵੀ ਲਿਖਿਆ ਗਿਆ ਵੀ ਇਹ ਸੀਕ੍ਰੇਟ ਈਮੇਲ ਹੈ, ਕੌਨਫੀਡੈਂਸ਼ੀਅਲ ਹੈ, ਤੁਸੀਂ ਕਿਸੇ ਨੂੰ ਫਾਰਵਰਡ ਜਾਂ ਸ਼ੇਅਰ ਕੀਤੀ ਤੇ ਮੈਂ ਤੁਹਾਡੇ ਤੇ ਲੀਗਲ ਐਕਸ਼ਨ ਲਵਾਂਗਾ।
ਮੈਂ ਉਸ ਈਮੇਲ ਦੀ ਕਾਪੀ ਆਰਟੀਆਈ 'ਚ ਮੰਗੀ ਹੋਈ ਹੈ, ਹਾਲੇ ਤੱਕ ਮਿਲੀ ਨਹੀਂ, ਕਈ ਦਿਨ ਹੋ ਗਏ। ਤੁਹਾਡਾ ਮਤਲਬ ਵੀ ਉਹ ਫਿਰ ਸਾਹਿਬ ਡਰਦੇ ਮਾਰਿਆ ਉਹਨਾਂ ਨੇ ਜੋ ਆਇਆ ਚੱਕ ਕੇ ਮਾਰਿਆ। ਹਾਂ, ਔਰ ਜੋ ਡਰਾਫਟਿੰਗ ਹੈਗੀ ਹੈ ਇਹ ਸੁਦਾ ਹੀ ਉਹ ਚੀਜ਼ ਹੈ ਜਿਹੜੀ ਚੀਜ਼ ਉਹ ਦੂਜੀ ਆਪੋਜ਼ਿਟ ਐਡਵੋਕੇਟ ਪਾਰਟੀ ਚਾਹੁੰਦੀ ਸੀ, ਜੋ ਚਾਹੁੰਦੇ ਸੀ। ਕਮਲ ਜੀ ਇੱਕ ਦੱਸੋ, ਮੈਂ ਸਵਾਲ ਕਰੂੰਗਾ, ਹੈਰੀਟੇਜ ਦਾ ਬੜਾ ਢੰਡੋਰਾ ਪਿੱਟਿਆ ਜਾਂਦਾ ਚੰਡੀਗੜ੍ਹ 'ਚ। ਕੁਝ ਲੋਕ ਪ੍ਰਵਾਸੀ ਕਹਿ ਲਈਏ, ਮਜ਼ਦੂਰ ਚੰਡੀਗੜ੍ਹ ਦੀ ਸਰਕਾਰੀ ਜ਼ਮੀਨ ਤੇ ਆ ਕੇ ਉਹਨਾਂ ਨੇ ਅੰਕਰੋਚਮੈਂਟ ਕੀਤੀ, ਨਜਾਇਜ਼ ਕਬਜ਼ੇ ਕੀਤੇ, ਕਲੋਨੀਆਂ ਬਣਾਈਆਂ। ਪ੍ਰਸ਼ਾਸਨ ਕਈ ਸਾਲ ਉਹਨਾਂ ਨੂੰ ਬਿਜਲੀ ਪਾਣੀ ਫ੍ਰੀ ਦਿੰਦਾ ਰਿਹਾ। ਮੈਂ ਉਹਦੇ ਹੱਕ 'ਚ ਹਾਂ, ਗਰੀਬ ਨੂੰ ਘਰ ਵੀ ਦੇਣਾ ਚਾਹੀਦਾ, ਸਾਰਾ ਕੁਝ ਫ੍ਰੀ ਦੇਣਾ ਚਾਹੀਦਾ। ਜਦੋਂ ਉਹ ਖਾਲੀ ਕਰਾਉਣ ਲੱਗੇ ਤੇ ਅੱਗੋਂ ਡਾਂਗਾਂ ਖੜਕੀਆਂ ਤੇ ਫਿਰ ਪ੍ਰਸ਼ਾਸਨ ਨੇ 25,000 ਫਲੈਟ ਬਣਾ ਕੇ ਉਹਨਾਂ ਦਾ ਮੁੜ ਵਸੇਬਾ ਕੀਤਾ। ਕਿੱਥੇ ਕੀਤਾ? ਚੰਡੀਗੜ੍ਹ ਦੇ ਜਿਹੜੇ ਪਿੰਡ ਨੇ ਲਾਲ ਡੋਰੇ ਤੋਂ ਬਾਹਰ, ਜਿੱਥੇ ਜਦੋਂ ਪਿੰਡ ਦਾ ਵਸਨੀਕ, ਜੱਦੀ ਪਿੰਡ ਦਾ ਵਸਨੀਕ ਇਹ ਕਹਿੰਦਾ ਵੀ ਮੇਰੇ ਟੱਬਰ ਵੱਡਾ ਹੋ ਗਿਆ, ਤੀਜੀ ਪੀੜ੍ਹੀ ਆ ਗਈ ਹੈ ਤੇ ਮੈਂ ਆਪਣੇ ਖੇਤਾਂ 'ਚ ਘਰ ਬਣਾਉਣਾ, ਤੇ ਉੱਥੇ ਪ੍ਰਸ਼ਾਸਨ ਦੇ ਬਲਡੋਜ਼ਰ ਚੱਲ ਜਾਂਦੇ ਸੀ ਵੀ ਪੈਰੀਫੈਰੀ ਕੰਟਰੋਲ ਐਕਟ 1952 ਦੀ ਤੂੰ ਉਲੰਘਣਾ ਕਰ ਰਿਹਾ, ਢਹਿ ਢੇਰੀ, ਜੇ ਇੱਥੇ ਤੂੰ ਘਰ ਬਣਾਤਾ ਚੰਡੀਗੜ੍ਹ ਦੇ ਲੋਕਾਂ ਨੂੰ ਆਕਸੀਜਨ ਨਹੀਂ ਮਿਲਣੀ। ਉੱਥੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਸੀ, ਕਈ ਮੰਜ਼ਲਾ ਫਲੈਟ ਬਣਾ ਕੇ ਦਿੱਤੇ, ਉਹ ਵਾਇਲੇਸ਼ਨ ਨਹੀਂ ਗੀ, ਉਹ ਵਾਇਲੇਸ਼ਨ ਹੈ ਜੀ, ਪੈਰੀਫੈਰੀ ਐਕਟ ਦੀ ਵਾਇਲੇਸ਼ਨ ਹੈ। ਉੱਥੇ ਕਹਿੰਦੇ ਰਿਲੈਕਸੇਸ਼ਨ ਦੇ ਪੈਰੀਫੈਰੀ ਐਕਟ ਦੀ ਪੂਰੀ ਵਾਇਲੇਸ਼ਨ ਹੈ ਜੀ। ਮਤਲਬ ਇਹ ਆਪਣੀ ਤੋੜ ਮਰੋੜ ਆਪਣੀ ਸਮਝ ਦੇ ਹਿਸਾਬ ਨਾਲ ਕਰਦੇ ਰਹਿੰਦੇ ਨੇ। ਇਹਨਾਂ ਨੂੰ ਮੈਂ ਤਾਂ ਇਹ ਕਹਿਣਾ ਚਾਹੁੰਦਾ, ਇੱਕ ਸ਼ਹਿਰ ਨੂੰ ਹੈਰੀਟੇਜ ਨਹੀਂ ਕਰ ਸਕਦੇ। ਚੰਡੀਗੜ੍ਹ ਕਿੰਨੇ ਸਾਲ ਹੋਏ ਸਰ ਵਸੇ ਨੂੰ? 50-60 ਸਾਲ ਵਸੇ ਨੂੰ ਹੋਏ ਨੇ। 50-60 ਸਾਲ ਨਾਲ 500 ਸਾਲ 100 ਸਾਲ 200 ਸਾਲ ਪੁਰਾਣਾ ਸ਼ਹਿਰ ਹੋਵੇ ਤਾਂ ਹੈਰੀਟੇਜ ਹੋਏਗਾ ਨਾ। ਮੋਰ ਓਵਰ ਜੇ ਹੈਰੀਟੇਜ ਕਰਨਾ ਹੈ, ਦੋ ਆਪਸ਼ਨਸ ਹੈ। ਇੱਕ ਤਾਂ ਪ੍ਰਾਈਵੇਟ ਪ੍ਰਾਪਰਟੀ ਬਿਲਕੁਲ ਹੈਰੀਟੇਜ ਨਹੀਂ ਹੋਣੀ ਚਾਹੀਦੀ, ਕਿਉਂਕਿ ਅਗਲੇ ਨੇ ਟਾਈਮ ਟੂ ਟਾਈਮ ਮੋਡੀਫਿਕੇਸ਼ਨ ਕਰਨੀ, ਚੇਂਜ ਕਰਨਾ, ਜੋ ਵੀ ਰਿਕੁਆਇਰਮੈਂਟ ਹੈ। ਤੁਸੀਂ ਨਕਸ਼ੇ ਪਾਸ ਕਰਦੇ ਹੋ, ਨਕਸ਼ੇ ਪਾਸ ਕਰਕੇ ਕਿੰਨੀਆਂ ਵੱਡੀਆਂ ਪ੍ਰਾਪਰਟੀਆਂ, ਕਿਰਨ, ਨੀਲਮ ਸਿਨੇਮੇ ਜਿਹੜੇ ਨੇ ਖੰਡਰ ਬਣੇ ਪਏ ਨੇ ਇਸ ਕਰਕੇ ਪਰਮਿਸਿਬਲ। ਉਹਨੇ ਮੈਂ ਤਾਂ ਕਹਿੰਦਾ ਕਿਰਨ ਸਿਨੇਮੇ ਵਾਲੇ ਨੂੰ ਇਹਨਾਂ ਨੂੰ ਆਨਰ ਕਰਨਾ ਚਾਹੀਦਾ ਇਨੇ ਵੇ, ਕਿਉਂਕਿ ਉਹਨੇ ਸਭ ਤੋਂ ਪਹਿਲਾਂ ਸਿਨੇਮਾ ਚੰਡੀਗੜ੍ਹ ਨੂੰ ਦਿੱਤਾ ਸੀ। ਵੱਡੀ ਗੱਲ ਹੈ, ਬਿਲਕੁਲ ਠੀਕ ਹੈ ਨਾ। ਔਰ ਉਸ ਤੋਂ ਵੱਡੀ ਗੱਲ, ਮੈਂ ਜਦੋਂ ਕਿਤਾਬ ਲਿਖੀ ਸੀ ਪਾਲੀ ਜੀ, ਤੇ ਮੈਂ ਉਸ ਸਿਨੇਮੇ ਦੇ ਕੋਲ ਜਾ ਕੇ ਉਸ ਬਜ਼ੁਰਗ ਨੂੰ ਲੈ ਕੇ ਗਿਆ ਸੀ ਜਿਹਨੇ ਅੱਖਾਂ ਭਰ ਕੇ ਕਿਹਾ ਸੀ ਵੀ ਇਹ ਮੇਰੀ ਜ਼ਮੀਨ ਤੇ ਸਿਨੇਮਾ ਬਣਿਆ। ਉਹ ਤੇ ਭੁੱਲ ਗਏ ਇਹਨਾਂ ਨੂੰ। ਹਾਂ, ਮਤਲਬ ਉਹਨੂੰ ਆਨਰ ਕਰਨ ਦੀ ਬਜਾਏ ਉਹਦੀ ਪ੍ਰਾਪਰਟੀ ਦੀ ਇਨਵੈਸਟਮੈਂਟ ਬਿਲਕੁਲ ਹੀ ਅੱਜ ਦੀ ਡੇਟ 'ਚ ਡੈਡ ਕਰਤੀ, ਹੈਰੀਟੇਜ ਅਨਾਉਂਸ ਕਰਤਾ। ਦੱਸੋ ਉਹਨੇ ਵਿਚਾਰੇ ਨੇ ਕੀ ਗਲਤ ਕਰ ਲਿਆ ਜੀ? ਮਤਲਬ ਜੇ ਸਰਕਾਰ ਨੇ ਕੋਈ ਹੈਰੀਟੇਜ ਬਿਲਡਿੰਗ ਕਰਨੀ ਹੈ, ਬਿਲਡਿੰਗ ਹੈਰੀਟੇਜ ਹੋ ਸਕਦੀ ਹੈ। ਜੇ ਪ੍ਰਾਈਵੇਟ ਵੀ ਕਰਨੀ ਹੈ, ਉਹਨੂੰ ਮੁਆਵਜ਼ਾ ਦੇ ਕੇ, ਉਹਨੂੰ ਆਲਟਰਨੇਟਿਵ ਜੁਗਾੜ ਦੇ ਕੇ ਸਰਕਾਰ ਟੇਕ ਓਵਰ ਕਰ ਲਵੇ, ਤਾਂ ਉਹਨੂੰ ਹੈਰੀਟੇਜ ਕਰੇ ਨਾ, ਮੇਨਟੇਨ ਕਰੇ ਆਪਣੇ ਲੈਵਲ ਤੇ। ਮਤਲਬ ਪ੍ਰਾਈਵੇਟ ਬਿਲਡਿੰਗਾਂ, ਪੂਰਾ ਦਾ ਪੂਰਾ ਸੈਕਟਰ, ਪੂਰਾ ਦਾ ਪੂਰਾ ਅੱਧਾ ਸ਼ਹਿਰ ਹੈਰੀਟੇਜ ਅਨਾਉਂਸ ਕਰ ਦੇਣਾ ਜੀ, ਸਾਡੀ ਸਮਝ ਤੋਂ ਬਾਹਰ ਹੈ ਜੀ। ਓਕੇ, ਇਹਦੇ 'ਚ ਭਾਜੀ ਮੈਂ ਇਹ ਜਿਹੜੀ ਤੁਸੀਂ ਹੈਰੀਟੇਜ ਵਾਲੀ ਜਾਂ ਜੋ ਵੀ ਗੱਲ ਚੱਕ ਰਹੇ ਹੋ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਅਫਸਰਾਂ ਨੂੰ ਵੀ ਬੇਨਤੀ ਕਰਨਾ ਚਾਹੂੰਗਾ। ਇਸ ਵੇਲੇ ਬਹੁਤ ਵਧੀਆ ਟੀਮ ਹੈ, ਗਵਰਨਰ ਸਾਹਿਬ ਦੀ, ਐਡਵਾਈਜ਼ਰ ਸਾਹਿਬ ਦੀ, ਜਿਹੜੇ ਹਾਊਸਿੰਗ ਬੋਰਡ ਦੇ ਚੇਅਰਮੈਨ ਹੈ ਬਹੁਤ ਵਧੀਆ, ਗਰਗ ਸਾਹਿਬ, ਡੀਸੀ ਸਾਹਿਬ ਵੀ। ਬਟ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਅਫਸਰ ਵਿੱਚੋਂ ਉਹਨਾਂ ਨੂੰ ਮਿਸਲੀਡ ਜਾਂ ਮਿਸਗਾਈਡ ਕਰ ਰਹੇ ਆ। ਉਹ ਅਫਸਰ ਅੱਛਾ ਕਿਵੇਂ ਕਹਿ ਸਕਦੇ ਨੇ ਜਿਹੜਾ ਮਿਸਲੀਡ ਹੋ ਜਾਏ? ਨਹੀਂ, ਅੱਛਾ ਐਦਾਂ ਨੇ ਜੀ, ਜੇ ਤੁਸੀਂ ਉਹਨਾਂ ਨੂੰ ਪੂਰਾ ਆਇਨਾ ਹੀ ਨਹੀਂ ਦਿਖਾਓਗੇ, ਠੀਕ ਹੈ, ਤੇ ਅਗਲਾ ਕਿਸੇ ਵੀ ਡਰਾਵਾ ਦੇ ਕੇ, ਜਿੱਦਾਂ ਪਾਲੀ ਜੀ ਨੇ ਦੱਸਿਆ ਵੀ ਮੇਲ ਦਾ ਡਰਾਵਾ ਆ ਗਿਆ। ਮੈਂ ਫਿਰ ਕਹੂੰਗਾ ਜਿਹੜਾ ਅਫਸਰ ਡਰ ਕੇ ਲੋਕਾਂ ਦੀ ਆਵਾਜ਼ ਨੂੰ ਇਗਨੋਰ ਕਰਕੇ, ਨਿਯਮਾਂ ਨੂੰ ਇਗਨੋਰ ਕਰਕੇ ਆਰਡਰ ਕਰਦੇ, ਉਹਨੂੰ ਚੰਗਾ ਕਿਵੇਂ ਕਹਿ ਸਕਦੇ? ਬਿਲਕੁਲ, ਮੈਂ ਇਹ ਰਿਵਿਊ ਹੋਣਾ ਚਾਹੀਦਾ ਜੀ। ਔਰ ਮੈਂ ਸਾਰੀਆਂ ਚੰਡੀਗੜ੍ਹ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਾਂਗਾ, ਉਹ ਇੱਕ ਪਲੇਟਫਾਰਮ ਤੇ ਆ ਕੇ ਜਿਹੜਾ, ਕਿਉਂਕਿ ਜਿਹੜਾ ਸਾਡਾ ਹੱਕ ਹੈ ਲੋਕਾਂ ਦਾ, ਉਹ ਸਾਨੂੰ ਦਿਵਾਉਣ। ਔਰ ਜੋ ਇਹ ਜਿਹੜਾ ਫੈਸਲਾ ਹੈ, ਜਿੱਦਾਂ ਮਾਨਯੋਗ ਸੁਪਰੀਮ ਕੋਰਟ ਜੀ ਨੇ ਕੁਝ ਡਾਇਰੈਕਸ਼ਨਾਂ ਦਿੱਤੀਆਂ, ਉਹਨਾਂ ਨੇ ਇਹ ਕਿਹਾ ਵੀ ਇਹ ਕਮੇਟੀ ਨੂੰ ਪੁੱਛਿਆ ਜਾਵੇ ਜਾਂ ਤੁਸੀਂ ਇਹ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਲਿਖੋ, ਕਿਉਂਕਿ ਸਾਡਾ ਇਹ ਰਾਈਟ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰਸ ਕੋਲ ਹੈ। ਜੀ 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 ਜੀ। ਤੇ ਮੈਂ ਇਹੀ ਚਾਹਾਂਗਾ ਵੀ ਪਾਰਟੀਆਂ ਇਹਦੇ 'ਚ ਇਨਵੋਲਵ ਹੋਣ, ਤੇ ਜਿੱਦਾਂ ਪਹਿਲਾਂ ਰਜਿਸਟਰੀਆਂ ਹੋ ਰਹੀਆਂ ਸੀ, ਜੋ ਹੱਕ ਹੈ ਜਾਂ ਵਿਲ ਹੋ ਰਹੀ ਸੀ, ਹੁਣ ਇਹਨਾਂ ਨੇ ਦੇਖੋ ਜੀ ਵਿਲ ਦਾ ਲਿਖਿਆ ਵੀ ਵਿਲ ਫੈਮਿਲੀ 'ਚ ਕੀਤੀ ਜਾਵੇ। ਤੁਸੀਂ ਦੂਸਰੇ ਪਾਸੇ ਜੇ ਦੇਖੋਗੇ, ਅੱਜ ਕੱਲ ਬੜੇ ਬੱਚੇ ਉਂਗਲੀ, ਅੱਜ ਕੱਲ ਬੜੇ ਬੱਚੇ, ਕਿਸੇ ਨੇ ਗਰੀਬ ਨੂੰ ਦੇਣੀ ਹੋਵੇ, ਗਰੀਬ ਨੂੰ ਛੱਡੋ ਜੀ, ਵਿਲ ਦਾ ਤਾਂ ਪੂਰੇ ਵਰਲਡ ਵਾਈਡ ਰਾਈਟ ਹੈ ਵੀ ਲੋਕੀ ਕੁੱਤੇ ਬਿੱਲੀਆਂ ਤੱਕ ਨੂੰ ਵਿਲ ਕਰ ਜਾਂਦੇ, ਠੀਕ ਹੈ ਜੀ। ਔਰ ਅੱਜ ਕੱਲ ਜੇ ਤੁਸੀਂ ਦੇਖੋਗੇ, ਜੋ ਇਹਨਾਂ ਨੇ ਫੈਸਲਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਲਿਆ, ਬੜੇ ਬੱਚੇ ਤਾਂ ਉਂਗਲੀਆਂ ਫੜ ਕੇ ਵਿਚਾਰੇ 올ਡ ਏਜ ਹੋਮ 'ਚ ਛੱਡ ਕੇ ਆ ਰਹੇ ਮਾਪਿਆਂ ਨੂੰ। ਉਹ ਮਾਪੇ ਕਿੱਦਾਂ ਵਿਲ ਕਰਨਗੇ? ਔਰ ਕਿਹੜੇ ਭਰਾ ਦੀ,
ਜਿਹੜਾ ਸਟ੍ਰੇਂਜਰ ਵਾਲੀ ਗੱਲ ਕੀਤੀ ਪਾਲੀ ਜੀ ਨੇ ਕਿਹਾ ਸੁਪਰੀਮ ਕੋਰਟ ਦੇ ਜਿਹੜਾ ਸਟ੍ਰੇਂਜਰ ਵਰਡ, ਮੈਂ ਕਰ ਰਿਹਾ ਅੱਜ ਸਿਬਲਿੰਗਸ ਤੋਂ ਵੱਡਾ ਸਟ੍ਰੇਂਜਰ ਹੀ ਕੋਈ ਨਹੀਂ ਇੱਕ ਦੂਸਰੇ ਲਈ, ਕਿਉਂਕਿ ਜਿੰਨੇ ਵੀ ਪ੍ਰਾਪਰਟੀਆਂ ਦੀ ਲੜਾਈ ਹੈ ਇਹ ਤੇ ਇਨਸਾਨੀਅਤ ਨੂੰ ਤੋੜਨ ਵਾਲੀ ਗੱਲ ਹੈ। ਜੇ ਮੈਂ ਚਾਹਾਂ ਕਮਲ ਦੀ ਚਾਹਣ ਵੀ ਮੈਂ ਸਮਾਜ ਦੀ ਕੋਈ ਸੇਵਾ ਕਰਾਂ, ਹਾਂਜੀ, ਕਿਸੇ ਵੀ ਢੰਗ ਨਾਲ, ਤੇਰਾ ਮਤਲਬ ਇਹ ਆਰਡਰ ਜਿਹੜੇ ਕਹਿੰਦੇ ਨਾ ਤੂੰ ਆਪਣੇ ਪਰਿਵਾਰ ਤੱਕ ਸੀਮਤ ਰਹੇਗਾ, ਉਹ ਲੜਾਈਆਂ ਪਾਣੀਆਂ ਜੀ, ਉਹ ਲੜਾਈਆਂ ਪੈਣਗੀਆਂ ਤਾਂ ਜਿਹੜੇ ਬੰਦਿਆਂ ਨੇ ਰਿਟਾਂ ਪਾਈਆਂ ਉਹਨਾਂ ਕੋਲ ਇਹ ਦੁਆਰਾ ਕੇਸ ਜਾਣਗੇ ਤੇ ਉਹਨਾਂ ਦਾ ਕੰਮ ਕਰ ਚੱਲੂਗਾ। ਕਰੂੰਗਾ, ਸਮਾਂ ਘੱਟ ਆ ਪਰ ਕੋਈ ਗੱਲ ਨਹੀਂ ਗੀ, ਜ਼ਰੂਰੀ ਹੈ, ਮੇਰਾ ਖਿਆਲ ਬਹੁਤ ਗੰਭੀਰ ਬਹਿਸ ਹੋ ਰਹੀ ਹੈ। ਮੈਂ ਹੈਰੀਟੇਜ ਦੀ ਗੱਲ ਹੀ ਕਰੂੰਗਾ। 1 ਨਵੰਬਰ 1966 ਨੂੰ ਚੰਡੀਗੜ੍ਹ ਨੂੰ ਕਹਿ ਦਿੱਤਾ ਯੂਨੀਅਨ ਟੈਰੀਟਰੀ ਹੈ। 1 ਨਵੰਬਰ 1966 ਨੂੰ ਕਹਿ ਦਿੱਤਾ, ਪਤਾ ਨਹੀਂ ਕਿਹੜੇ ਇਨਸਾਨ ਨੇ ਬੰਦੇ ਨੇ ਆਰਡਰ ਕੱਢਤੇ ਵੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੋਊਗੀ। ਉਦੋਂ ਕਿੰਨੇ ਲੋਕ ਸੀ, ਪਰ ਅੱਜ 12-13 ਲੱਖ ਪੰਜਾਬ ਚੰਡੀਗੜ੍ਹ 'ਚ ਲੋਕ ਰਹਿੰਦੇ ਨੇ। 12-13 ਲੱਖ ਲੋਕਾਂ ਵਿੱਚੋਂ ਕੋਈ ਇੱਕ ਮਨੁੱਖ ਹੈਗਾ ਚੰਡੀਗੜ੍ਹ ਦਾ ਜਿਹਦੀ ਮਦਰ ਟੰਗ ਮਾਂ ਬੋਲੀ ਪੰਜਾਬੀ ਹੈ। ਇਹ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਚੰਡੀਗੜ੍ਹ ਦੇ ਲੋਕਾਂ ਦੀ ਮਾਂ ਬੋਲੀ ਤੋਂ ਉਲਟ ਅੰਗਰੇਜ਼ੀ ਰੱਖਣੀ, ਇਹ ਹੈਰੀਟੇਜ? ਦੇਖੋ, ਬਿਲਕੁਲ ਤੁਹਾਡੀ ਗੱਲ ਐਪਰੋਪਰੀਏਟ ਆ, ਇਹ ਹੈਰੀਟੇਜ ਨਹੀਂ ਹੈ। ਹੁਣ ਇਸ ਵੇਲੇ ਕੁਝ ਐਸਾ ਦੌਰ ਚੱਲ ਰਿਹਾ ਹੈ ਕਿ ਜਿੰਨੇ ਅਫਸਰ ਹੈ ਉਹ ਵੀ ਅੰਗਰੇਜ਼ੀ ਜੀ ਪੜ੍ਹ ਕੇ ਆਉਂਦੇ ਆ। ਮੈਂ ਉੱਥੇ ਹੀ ਆਉਣ ਲੱਗਾ। ਅਸੀਂ ਇੱਕ ਮੂਵਮੈਂਟ ਚਲਾਈ ਪੰਜਾਬੀ ਦੀ, ਅਸੀਂ ਇਹੀ ਕਹਿੰਦੇ ਨੇ ਵੀ 15-16 ਜਿਹੜੇ ਅਫਸਰ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਹ ਅਨਪੜ੍ਹ ਨੇ। ਉਹਨਾਂ ਨੂੰ ਚੰਡੀਗੜ੍ਹ ਦੇ 12-13 ਲੱਖ ਲੋਕਾਂ ਦੀ ਭਾਸ਼ਾ ਦੀ ਸਮਝ ਨਹੀਂ, ਉਹ ਬੇਸਮਝ ਨੇ। ਉਹ ਆਪਣੀ ਬੇਸਮਝੀ ਕਾਰਨ ਚੰਡੀਗੜ੍ਹ ਦੇ ਲੱਖਾਂ ਲੋਕਾਂ ਦੀ ਮਾਂ ਬੋਲੀ ਦਾ ਕਤਲ ਕਰ ਰਹੇ ਆ। ਕੀ ਇਹ ਹੈਰੀਟੇਜ ਦਾ ਕਤਲ ਨਹੀਂ ਹੋ ਰਿਹਾ? ਬਿਲਕੁਲ ਠੀਕ ਹੈ ਜੀ। ਬੜੇ ਅਫਸਰ ਆ, ਅਸੀਂ ਕਈ ਵਾਰੀ ਮਿਲਦੇ ਹਾਂ ਸੋਸ਼ਲ ਤੇ, ਅਸੀਂ ਉਹਨਾਂ ਨਾਲ ਪੰਜਾਬੀ 'ਚ ਗੱਲ ਕਰਦੇ ਹਾਂ ਤੇ ਉਹ ਕੋਈ ਜਵਾਬ ਦਿੰਦੇ, ਪਲੀਜ਼ ਸਪੀਕ ਇਨ ਇੰਗਲਿਸ਼, ਆਈ ਡੋਂਟ ਅੰਡਰਸਟੈਂਡ ਪੰਜਾਬੀ ਐਂਡ ਹਿੰਦੀ ਵੈਰੀ ਵੈਲ। ਇਹ ਐਕਚੁਅਲੀ ਸਾਡੇ ਨਾਲ ਬੜੀ ਵਾਰੀ ਬੀਤਦੀ ਹੈ। ਦੁਖਾਂਤ ਹੈ, ਬਿਲਕੁਲ ਦੁਖਦਾ ਜੀ। ਚਲੋ ਹੁਣ ਆਪਾਂ ਅੱਗੇ ਆ ਜੀ। ਇਸੀ ਕਰਕੇ ਤਾਂ ਭਾਜੀ ਫੁੱਟਬਾਲ ਦੀ ਤਰ੍ਹਾਂ ਚੰਡੀਗੜ੍ਹ ਦੀ ਜਨਤਾ ਨੂੰ ਇੱਕ, ਜੇ ਤੁਸੀਂ ਦੇਖੋ ਯੂਟੀ ਜਾਂ ਸਿਟੀ ਬਿਊਟੀਫੁਲ ਨਹੀਂ ਰਿਹਾ, ਇਹ ਇੱਕ ਐਕਸਪੈਰੀਮੈਂਟਲ ਸਿਟੀ ਹੈ। ਜਿੱਥੋਂ ਨਵਾਂ ਅਫਸਰ ਆਉਂਦਾ ਹੈ ਉਹ ਆਪਣੇ ਕਾਨੂੰਨ, ਆਪਣਾ ਸਿਸਟਮ, ਆਪਣਾ ਸਭ ਕੁਝ ਚੰਡੀਗੜ੍ਹ ਤੇ ਥੋਪਦਾ। ਸਾਡਾ ਤਾਂ ਕੋਈ ਮਾਈ ਬਾਪ ਹੀ ਨਹੀਂ ਹੈ। ਜਿਹੜਾ ਵੀ ਆਉਂਦਾ ਜੀ, ਪਿੱਛੇ ਜੇ ਹਿਮਾਚਲ ਦਾ ਉਪ ਮੁੱਖ ਮੰਤਰੀ ਆਏ ਮੁਕੇਸ਼ ਅਗਨੀਹੋਤਰੀ ਜੀ, ਉਹ ਡੰਡਾ ਠੋਕ ਕੇ ਕਹਿੰਦੇ 7.19% ਹਿਮਾਚਲ ਦਾ ਹਿੱਸਾ, ਕਿਤੇ ਉਹ ਨਾ ਕਿਤੇ ਉਹ ਤੋੜ ਕੇ ਤੇ ਟੋਟਾ ਚੱਕ ਕੇ ਕਿਤੇ ਬੱਸ 'ਚ ਚਾੜ ਕੇ ਲੈ ਜਾਣਾ ਚੰਡੀਗੜ੍ਹ। ਚਲੋ ਆਪਾਂ ਹੁਣ ਪੁਆਇੰਟ ਤੇ ਆਈਏ। ਕਮਲ ਜੀ, ਹੁਣ ਇਹ ਦੱਸੋ ਵੀ ਇਹ ਬੜਾ ਗੰਭੀਰ ਮੁੱਦਾ, ਮੈਨੂੰ ਲੱਗਦਾ ਵੀ ਸਾਡਾ ਪ੍ਰੋਗਰਾਮ ਦੇਖਣ ਤੋਂ ਬਾਅਦ ਚੰਡੀਗੜ੍ਹ ਦੇ ਲੋਕਾਂ ਵਿੱਚ ਪਰੇਸ਼ਾਨੀ ਵੀ ਵਧੇਗੀ, ਅਵੇਅਰਨੈਸ ਵੀ ਵਧੂਗੀ ਵੀ ਅਸੀਂ ਤੇ ਇੱਥੋਂ ਤੱਕ ਸੀਮਤ ਹੋ ਗਏ। ਹੁਣ ਮੂਵਮੈਂਟ ਕੀ ਹੈ ਤੁਹਾਡੀ? ਸਿਆਸੀ ਲੀਡਰ ਕੀ ਤੁਹਾਨੂੰ ਸਹਿਯੋਗ ਕਰ ਰਹੇ? ਦੇਖੋ, ਸਿਆਸੀ ਲੀਡਰ ਸਾਰੀਆਂ ਪਾਰਟੀਆਂ ਸਾਡੇ ਨਾਲ ਹੈ ਜੀ। ਅਸੀਂ ਬਲੈਕ ਡੇ ਮਨਾਉਣਾ ਕੱਲ ਸੰਡੇ ਨੂੰ, ਐਤਵਾਰ ਨੂੰ ਮਨਾ ਰਹੇ। ਕੱਲ ਸੰਡੇ ਨੂੰ, ਅੱਜ ਸੈਟਰਡੇ 12 ਫਰਵਰੀ ਨੂੰ। 12 ਫਰਵਰੀ ਨੂੰ ਓਕੇ। 17 ਸੈਕਟਰ ਪਲਾਜ਼ਾ ਦੇ ਵਿੱਚ ਬਲੈਕ ਡੇ ਮਨਾਉਣਾ। ਉੱਥੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰ ਰਹੇ ਹਾਂ ਜਿਨ੍ਹਾਂ ਦੇ ਸ਼ੇਅਰ ਵਾਈਜ਼ ਪ੍ਰਾਪਰਟੀ ਹੈ ਜਾਂ ਜਿਨ੍ਹਾਂ ਦੀ ਪੂਰੀ ਪ੍ਰਾਪਰਟੀ ਹੈ, ਕਿਉਂਕਿ ਉਹਨਾਂ ਦੀ ਵੀ ਆਉਣ ਵਾਲੇ ਟਾਈਮ ਤੇ ਸ਼ੇਅਰ ਵਾਈਜ਼ ਹੋ ਸਕਦੀ ਹੈ, ਜਾਂ ਜਿਨ੍ਹਾਂ ਕੋਲ ਕੋਈ ਪ੍ਰਾਪਰਟੀ ਵੀ ਨਹੀਂ ਹੈ, ਜਿਹੜੇ ਪਲਾਨ ਕਰ ਰਹੇ ਸੀ ਮੈਂ ਚੰਡੀਗੜ੍ਹ 'ਚ ਛੋਟਾ ਘਰ ਲਵਾਂਗਾ, ਸ਼ੇਅਰ ਵਾਈਜ਼ ਲਵਾਂਗਾ, ਸੁਪਨਾ ਲੈ ਰਹੇ ਸੀ, ਕਿਉਂਕਿ ਉਹਨਾਂ ਦਾ ਵੀ ਸੁਪਨਾ ਟੁੱਟ ਚੁੱਕਿਆ ਹੈ। ਓਕੇ। ਜੇ ਉਹ ਆਪਣਾ ਘਰ ਚੰਡੀਗੜ੍ਹ ਵਸਾਉਣਾ ਚਾਹੁੰਦੇ ਆ, ਮੈਂ ਰਿਕੁਐਸਟ ਕਰਾਂਗਾ ਤੁਹਾਡੇ ਮਾਧਿਅਮ ਤੇ ਵੀ ਸਾਰੇ ਜਾਣੇ ਉਹਨੂੰ ਜੁਆਇਨ ਕਰਨ। ਉੱਥੇ ਆਉਣ 12 ਵਜੇ ਪਲਾਜ਼ਾ ਸੈਕਟਰ 17 'ਚ 12 ਫਰਵਰੀ ਨੂੰ 12 ਵਜੇ 12 ਫਰਵਰੀ ਨੂੰ 12 ਵਜੇ ਆਉਣ ਤੇ ਸਾਨੂੰ ਜੁਆਇਨ ਕਰਨ। ਭਾਜੀ ਮੈਂ ਇਹਦਾ ਤੋੜ, ਜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਾਕਈ ਚੰਡੀਗੜ੍ਹ ਦਾ ਭਲਾ ਚਾਹੁੰਦੀ ਜਾਂ ਸਾਰੀਆਂ ਸਿਆਸੀ ਪਾਰਟੀਆਂ ਸਾਡਾ ਭਲਾ ਚਾਹੁੰਦੀਆਂ ਚੰਡੀਗੜ੍ਹ ਦੇ ਵਸਨੀਕਾਂ ਦਾ, ਤਾਂ ਮੈਂ ਬੜਾ ਛੋਟਾ ਜਿਹਾ ਇੱਕ ਤੋੜ ਹੈਗਾ ਜੀ। ਦੇਖੋ, ਜੇ ਤੁਸੀਂ ਦੇਖਿਆ ਹੋਵੇ ਚੰਡੀਗੜ੍ਹ ਦੀ ਜਿੰਨੀ ਵੀ ਉਸਾਰੀ ਹੈ ਉਹ 3 ਫਲੋਰਾਂ 'ਚ ਹੈ, ਗਰਾਊਂਡ, ਫਸਟ ਤੇ ਸੈਕਿੰਡ ਜੀ। ਔਰ ਮੈਂ ਚੰਡੀਗੜ੍ਹ ਦੀ ਬਿਊਟੀ ਵੀ ਉਹਨੂੰ ਵੀ ਚਾਹਾਂਗਾ ਵੀ ਐਜ਼ ਇਟ ਇਜ਼ ਮੇਨਟੇਨ ਰਵੇ, ਹਰਿਆਲੀ ਵੀ ਮੇਨਟੇਨ ਰਵੇ, ਔਰ ਜੋ ਯਾਤਾਯਾਤ ਦਾ ਸਿਸਟਮ ਉਹ ਵੀ ਮੇਨਟੇਨ ਰਵੇ। ਇਹ ਜਿਹੜੀਆਂ 3 ਫਲੋਰਾਂ ਜਿਹੜੀਆਂ, ਇਹਨਾਂ ਨੂੰ 3 ਫਲੋਰਾਂ ਨੂੰ ਜੇ ਚੰਡੀਗੜ੍ਹ ਇੱਕ ਕਨਾਲ ਤੋਂ ਨੀਚੇ ਦੇ ਹੀ ਮਕਾਨ 3 ਫਲੋਰਾਂ 'ਚ ਬਣੇ ਹੋਏ ਆ ਜ਼ਿਆਦਾਤਰ, ਔਰ ਉਹਦੇ 'ਚ ਜੇ ਅਫੋਰਡੇਬਲ ਹਾਊਸਿੰਗ ਸਕੀਮ, ਜਿੱਦਾਂ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਹਰੇਕ ਦਾ ਸੁਪਨਾ ਘਰ ਲੈਣਾ ਔਰ ਹਰੇਕ ਨੂੰ ਮਿਲਣਾ ਵੀ ਚਾਹੀਦਾ ਹੈ, ਇਹ ਅਪਾਰਟਮੈਂਟ ਐਕਟ 'ਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਵੀ ਲਿਖ ਕੇ ਦੇਣਾ ਚਾਹੀਦਾ ਹੈ। ਕਿਉਂਕਿ ਇੱਕ ਵਾਰੀ ਸ਼੍ਰੀ ਪਵਨ ਕੁਮਾਰ ਬਾਂਸਲ ਜੀ ਲੈ ਕੇ ਆਏ ਸੀ, ਪਰ ਉਦੋਂ ਚੰਡੀਗੜ੍ਹ ਦੇ ਜਿਹੜੇ ਅਫਸਰਾਂ ਨੇ ਅਪਾਰਟਮੈਂਟ ਐਕਟ ਹੀ ਗਲਤ ਇੰਟਰੋਡਿਊਸ ਕਰਤਾ ਸੀਗਾ। ਉਹਨਾਂ ਨੇ ਜਿਹੜਾ ਅਪਾਰਟਮੈਂਟ ਐਕਟ ਉਦੋਂ ਵੀ 500
ਗਜ ਤੋਂ ਨੀਚੇ ਦੀ ਕੈਟਾਗਰੀ ਜਿਹੜੀ 1 ਕਨਾਲ ਦੀ ਕੈਟਾਗਰੀ ਇਹਨਾਂ ਨੇ ਲਾਤਾ 1200 ਤੋਂ ਉੱਤੇ, ਜਿਹਦੇ ਨਾਲ ਕਿ ਚੰਡੀਗੜ੍ਹ ਦੀ ਬਿਊਟੀਫਿਕੇਸ਼ਨ ਖਰਾਬ ਹੋ ਰਹੀ ਸੀ। ਜਿੱਦਾਂ 8 ਕਨਾਲ ਦੀ 6 ਕਨਾਲ ਦੀ 4 ਕਨਾਲ ਦੀਆਂ ਕੋਠੀਆਂ 'ਚ ਅਪਾਰਟਮੈਂਟ ਉਹ ਨਹੀਂ ਚੰਗੇ ਲੱਗਦੇ, ਅਸੀਂ ਵੀ ਉਸ ਚੀਜ਼ ਨੂੰ ਮੰਨਦੇ ਹਾਂ। ਪਰ ਜਿਹੜੀਆਂ ਆਲਰੇਡੀ ਟ੍ਰਿਪਲ ਸਟੋਰੀ ਬਣੀਆਂ ਜਿਹਦੇ ਨਾਲ ਤੁਸੀਂ ਸੋਚ ਨਹੀਂ ਸਕਦੇ ਕਿੰਨੇ ਬੰਦੇ ਅਫੈਕਟਡ ਹੈ, ਚਾਹੇ ਇਨਕਮ ਟੈਕਸ ਡਿਪਾਰਟਮੈਂਟ ਹੈ ਜਿਹੜਾ ਕਿ ਰੈਵਨਿਊ ਜਾਂਦਾ ਜੀ, ਚਾਹੇ ਉਹਦੇ ਨਾਲ ਬੈਂਕ ਬਹੁਤ ਤਰੀਕੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਆਲਰੇਡੀ ਫਾਈਨਾਂਸ ਕੀਤਾ ਹੋਇਆ ਹੈ ਜਾਂ ਫਾਈਨਾਂਸ ਕਰਨਾ ਚਾਹੁੰਦੇ, ਬੈਂਕ ਵੀ ਤਾਂ ਹੀ ਚੱਲਦਾ ਹੈ। ਔਰ ਜੇ ਉਹ ਸਾਰੀ ਕੋਈ ਰੀਬਿਲਟ ਹੁੰਦਾ ਘਰ, ਉਹਦੇ ਨਾਲ ਤੁਸੀਂ ਦੇਖੋ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲਦਾ। ਠੀਕ ਹੈ ਜੀ, ਉਹਦੇ 'ਚ ਤੁਹਾਡਾ GST ਵੀ ਕੱਟਦਾ, ਸਭ ਕੁਝ ਕੱਟਦਾ ਹੈ। ਸਰਕਾਰ ਨੂੰ ਵੀ ਉਹਦੇ 'ਚ ਫਾਇਦਾ ਹੋਏਗਾ, ਬੰਦਿਆਂ ਨੂੰ ਵੀ ਫਾਇਦਾ ਹੋਏਗਾ। ਔਰ ਜੇ ਹੋ ਸਕੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਅਫਸਰ ਆਉਂਦੇ ਉਹ 3 ਸਾਲ ਦੀ ਟੈਨਿਓਰ ਲਈ ਆਉਂਦੇ, ਮੈਂ ਚਾਹਾਂਗਾ ਚੰਡੀਗੜ੍ਹ ਦਾ ਸਾਰਾ ਜਿੰਨਾ ਵੀ ਇਹ ਰਿਕਾਰਡ ਹੈ ਔਰ ਜੋ ਵੀ ਉਸਾਰੀ ਦਾ ਕੰਮ ਹੈ ਜਾਂ ਜੋ ਵੀ ਦੇਖਭਾਲ ਹੈ ਉਹ ਚੰਡੀਗੜ੍ਹ ਕਾਰਪੋਰੇਸ਼ਨ ਦੇ ਨੀਚੇ ਹੋਣੀ ਚਾਹੀਦੀ, ਤਾਂ ਕਿ ਇੱਕ ਇੱਥੇ ਦੇ ਕੌਂਸਲਰ ਦੀ ਵੀ ਡਿਊਟੀ ਪਬਲਿਕ ਦੇ ਸਾਹਮਣੇ ਬਣੇ ਵੀ ਉਹ ਕਿੰਨਾ ਜਵਾਬਦੇਹੀ ਹੈ ਚੰਡੀਗੜ੍ਹ ਦੀ ਪਬਲਿਕ ਨੂੰ, ਜਿਹੜਾ ਕਿ ਉਹ ਨੁਮਾਇੰਦਾ ਬਣ ਕੇ ਜਾਂਦਾ। ਕਿਵੇਂ ਚੋਪੜਾ ਜੀ ਠੀਕ ਹੋਊਗੀ? ਕਿਉਂਕਿ ਚੰਡੀਗੜ੍ਹ ਨਗਰ ਨਿਗਮ ਜੇ 35 ਦੇ 35 ਜਿਹੜੇ ਕਾਉਂਸਲਰ ਨੇ ਕੋਈ ਸਰਬਸੰਮਤੀ ਨਾਲ ਮਤਾ ਪਾਸ ਕਰ ਦੇਣ ਤੇ ਜਦੋਂ ਉਹ ਡਿਊਟੀ ਪ੍ਰਸ਼ਾਸਨ 'ਚ ਜਾਂਦਾ ਹੈ ਤੇ ਇੱਕ ਬਾਊ ਉਹਦੇ ਤੇ ਕਾਢਾ ਫੇਰ ਦਿੰਦਾ ਵੀ ਨਹੀਂ ਤੁਸੀਂ ਗਲਤ ਜੇ, ਉਹ ਤੇ ਵੱਡੀ ਗੱਲ ਹੈ। ਪਾਲੀ ਜੀ, ਹਰਪਾਲ ਪਾਲੀ, ਤੁਸੀਂ ਹੁਣ ਲਾਸਟ ਦੱਸੋ ਵੀ ਇਹ ਜੋ ਪ੍ਰੋਬਲਮ ਆਈ ਹੈ ਇਹਦਾ ਕੋਈ ਹੱਲ ਜਲਦੀ ਨਿਕਲੂਗਾ ਔਰ ਕਿਵੇਂ ਤੁਸੀਂ ਇਹਦਾ ਹੱਲ ਕੱਢੋਗੇ? ਇਹਦੇ ਹੱਲ ਨਿਕਲਣੇ 'ਚ ਕੋਈ ਟਾਈਮ ਨਹੀਂ ਲੱਗਣਾ ਚਾਹੀਦਾ। ਇਹ ਜਿਹੜੇ ਆਪਣੇ ਅਫਸਰ ਹੈਗੇ ਆ ਇਹਨਾਂ ਨੂੰ ਥੋੜ੍ਹਾ ਜਿਹਾ ਲੀਗਲ ਓਪੀਨੀਅਨ ਲੈਣੀ ਜ਼ਰੂਰੀ ਹੈ, ਜਿਹੜੀ ਸ਼ਾਇਦ ਇਹ ਲੈ ਨਹੀਂ ਰਹੇ। ਜੇ ਲੈ ਵੀ ਰਹੇ ਆ ਤੇ ਉਹਨੂੰ ਪਬਲਿਕ ਨਹੀਂ ਕਰ ਰਹੇ। ਜੇ ਇਹਨਾਂ ਨੂੰ ਨਹੀਂ ਸਮਝ ਆ ਰਹੀ ਤੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਕਲੈਰੀਫਿਕੇਸ਼ਨ ਪਾਉਣ, ਕਲੈਰੀਫਿਕੇਸ਼ਨ ਜਾਏਗੀ, ਸਾਰੀਆਂ ਪਾਰਟੀਆਂ ਨੂੰ ਨੋਟਿਸ ਆਏਗਾ, ਸਾਰੇ ਆਪਣਾ ਆਪਣਾ ਹੱਕ ਫੇਰ ਰੱਖਣਗੇ ਤੇ ਆਨਰੇਬਲ ਜੱਜ ਸਾਹਿਬਾਨ ਦੇ ਜੇ ਉਹਨਾਂ ਨੂੰ ਪਸੰਦ ਆਈ ਸਾਰੀ ਗੱਲ ਤੇ ਉਹਦੇ ਮੁਤਾਬਿਕ ਜਿਹੜੀ ਹੈ ਜਜਮੈਂਟ ਦੀ ਕਲੈਰਿਟੀ ਦੇਣਾ ਚਾਹਣਗੇ ਦੇ ਦੇਣਗੇ। ਵੈਸੇ ਜਜਮੈਂਟ ਇੰਨੀ ਕਲੀਅਰ ਹੈ ਕਿ ਉਹਦੇ 'ਚ ਕੁਝ ਪੁੱਛਣ ਦੀ ਜ਼ਰੂਰਤ ਨਹੀਂ ਹੈ। ਮੈਂ ਇੱਕ ਵੱਡੀ ਪ੍ਰੋਬਲਮ ਇਹਦੇ 'ਚ ਜਿਹੜੀ ਸਾਰੇ ਕਿਸੇ ਦੇ 'ਚ ਰੌਲਾ ਸੀ ਨਾ ਸ਼ੁਰੂ ਤੋਂ ਸੀ, ਚੰਡੀਗੜ੍ਹ ਟ੍ਰੈਫਿਕ ਬੜਾ ਹੋ ਗਿਆ, ਕਾਰਾਂ ਦਾ ਭੀੜ ਹੈ, ਪੈਦਲ ਤੁਰਦਿਆਂ ਮੁਸ਼ਕਲ ਹੈ, ਜਾਮ ਹੋ ਗਿਆ। ਹੁਣ ਅਸਲੀ ਗੱਲ ਇਹ ਹੈ ਵੀ ਜਿਹੜੇ 1 ਤੋਂ 30 ਸੈਕਟਰ ਜਿਹਦਾ ਮੁੱਦਾ ਉੱਠ ਰਿਹਾ ਨਹੀਂ, ਮੈਂ ਵੈਸੇ ਤੁਹਾਡੀ ਗੱਲ 'ਚ ਵਾਧਾ ਕਰ ਦੇਣਾ। ਇਹਦਾ ਮੁੱਖ ਕਾਰਨ ਮੈਂ ਸਮਝਦਾ ਜਿੰਨੇ ਹੁਣ ਤੱਕ ਸੰਸਦ ਮੈਂਬਰ ਬਣੇ ਨੇ, ਜਿੰਨੇ ਹੁਣ ਤੱਕ ਚੰਡੀਗੜ੍ਹ 'ਚ ਪ੍ਰਸ਼ਾਸਕ ਆਏ ਨੇ, ਜਿੰਨੇ ਪ੍ਰਸ਼ਾਸਕ ਦੇ ਸਲਾਹਕਾਰ ਆਏ ਨੇ, ਜਿੰਨੇ ਵਿੱਤ ਸਕੱਤਰ ਆਏ ਨੇ, ਜਿਨ੍ਹਾਂ ਕੋਲ ਇੰਜੀਨੀਅਰਿੰਗ ਡਿਪਾਰਟਮੈਂਟ ਸੀ, ਜਿਨ੍ਹਾਂ ਨੇ ਅੱਜ ਤੱਕ ਪਾਰਕਿੰਗ ਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਨਾ ਓਵਰਬ੍ਰਿਜ ਬਣਾਏ ਨੇ, ਨਾ ਕੋਈ ਮੋਨੋ ਤੇ ਨਾ ਕੋਈ ਹੋਰ ਰੇਲ ਦਾ ਪ੍ਰਬੰਧ ਕੀਤਾ ਹੈ, ਉਹਦੇ ਲਈ ਤੁਸੀਂ ਦੋਸ਼ੀ ਤਾਂ ਨਹੀਂ, ਉਹਦੇ ਲਈ ਤਾਂ ਪ੍ਰਸ਼ਾਸਨ ਦੋਸ਼ੀ ਨਹੀਂ। ਉਹਦੇ ਲਈ ਵੀ ਜਿਹੜੇ ਬੰਦੇ ਇਸ ਦੇ ਵਿੱਚ ਰੋ ਕਹਿ ਰਹੇ ਆ ਵੀ ਚੰਡੀਗੜ੍ਹ ਨੂੰ ਹੈਰੀਟੇਜ ਕਰੋ ਜਾਂ ਇਦਾਂ ਦੇ ਸਾਰੇ ਮੁੱਦੇ ਖੜੇ ਕਰ ਰਹੇ ਆ, ਉਹ ਫਲਾਈਓਵਰ ਰੋਕਣ ਵਾਲੇ ਵੀ ਬੰਦੇ ਉਹੀ ਆ ਔਰ ਉਹੀ ਰੋਲਾ ਪਾਉਂਦੇ ਆ ਟ੍ਰੈਫਿਕ ਜ਼ਿਆਦਾ। 12 ਜਾਂ 15 ਸਾਲ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਅਸੀਂ ਫਰਾਂਸ ਦਾ ਦੌਰਾ ਕਰਕੇ ਆਏ ਆ, ਅਸੀਂ ਚੰਡੀਗੜ੍ਹ ਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਪ੍ਰਬੰਧ ਕਰਤਾ, 1 ਸਾਲ ਦੇ ਵਿੱਚ 12 ਅੰਡਰਪਾਸ ਬਣਾ ਲਾਂਗੇ। ਅੱਜ ਤੱਕ ਇੱਕ ਮਘੋਰਾ ਵੀ ਨਹੀਂ ਕਰ ਸਕੇ। ਪਾਲੀ ਜ਼ਿੰਮੇਵਾਰ ਹੈ ਕਿ ਉਹ ਅਫਸਰ ਜ਼ਿੰਮੇਵਾਰ ਨੇ? ਇਹ ਅਫਸਰ ਜ਼ਿੰਮੇਵਾਰ ਆ ਤੇ ਉਹਨਾਂ ਦੇ ਅੱਗੇ ਜਿਹੜੀ ਲਾਲ ਰੰਗ ਦੀ ਟੇਪ ਲੱਗੀ ਹੁੰਦੀ ਉਹ ਜ਼ਿੰਮੇਵਾਰ ਆ। ਭਾਜੀ ਕੁਝ ਕਹਿਣਾ? ਭਾਜੀ ਮੈਂ ਇਹ ਕਹਿਣਾ ਚਾਹੁੰਦਾ, ਜਿਹੜਾ ਤੁਸੀਂ ਸੋਲੂਸ਼ਨ, ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ ਸਤਿਕਾਰ ਕਰਦੇ ਹਾਂ, ਇੱਜ਼ਤ ਕਰਦੇ ਹਾਂ, ਪਰ ਇਹਦਾ ਬਹੁਤ ਹੀ ਸਿੰਪਲ ਸੋਲੂਸ਼ਨ ਹੈ ਜੀ। ਇਹਦਾ ਸੋਲੂਸ਼ਨ ਜੇ ਮੇਰੇ ਕੋਲ ਤੁਸੀਂ ਪੁੱਛਣਾ ਚਾਹੋ, ਜੋ ਪ੍ਰੈਕਟਿਸ ਚੱਲ ਰਹੀ ਹੈ, ਜੋ ਇੱਕ ਬੰਦੇ ਦਾ ਕਨਸਟੀਟਿਊਸ਼ਨਲ ਰਾਈਟ ਹੈ ਸ਼ੇਅਰ ਨੂੰ ਟ੍ਰਾਂਸਫਰ ਕਰਨਾ ਜਾਂ ਸ਼ੇਅਰ ਨੂੰ ਵੇਚਣਾ, ਠੀਕ ਹੈ, ਉਹ ਐਜ਼ ਇਟ ਇਜ਼ ਚੱਲਣਾ ਚਾਹੀਦਾ। ਔਰ ਉਸ ਤੋਂ ਇਲਾਵਾ ਜੇ ਸਰਕਾਰ ਨੂੰ, ਜਿੱਦਾਂ ਇਸ ਵੇਲੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ, ਇਹਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਨਵਾਈਟ ਕਰਕੇ ਜਿਹੜੇ ਮੇਨ ਉਹਨਾਂ ਦੇ ਬੰਦੇ ਹੈ ਔਰ ਮਿਨਿਸਟਰੀ ਆਫ ਹੋਮ ਅਫੇਅਰਸ ਕੋ ਜੋ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ, ਉਹਨਾਂ ਨੂੰ ਪੁੱਛਣ ਜੀ ਇਹਦਾ ਕੀ ਸੋਲੂਸ਼ਨ ਕਰੀਏ। ਦੂਸਰਾ ਜਿਹੜਾ ਟ੍ਰੈਫਿਕ ਦਾ, ਜਿੱਦਾਂ ਕਹਿ ਰਹੇ ਪਾਲੀ ਜੀ ਜਾਂ ਜਿਨ੍ਹਾਂ ਨੇ ਪਟੀਸ਼ਨ ਵੀ ਪਾਈ ਹੈ, ਉਹਨਾਂ ਨੇ ਟ੍ਰੈਫਿਕ ਦਾ ਹਵਾਲਾ ਦਿੱਤਾ ਹੈ। ਇੱਕ ਜੀਓਗ੍ਰਾਫਿਕਲੀ ਐਸਾ ਸੈਟਅਪ ਹੈ ਚੰਡੀਗੜ੍ਹ ਦਾ, ਜੇ ਤੁਸੀਂ ਦੇਖੋ PGI, ਜਨਰਲ ਹਸਪੀਟਲ, ਉਹਨੂੰ ਛੱਡ ਦਈਏ, ਸਾਰੇ ਟ੍ਰੈਫਿਕ ਹੀ ਉਧਰ ਜਾਣਾ ਹੈ। ਚੰਡੀਗੜ੍ਹ ਟ੍ਰੈਫਿਕ ਹੋਵੇ ਭਾਵੇਂ ਹੈਰੀਟੇਜ ਹੋਵੇ, ਇਹ ਕਿਸੇ ਆਮ ਬੰਦੇ ਦਾ ਜਿਹੜਾ ਰਾਈਟ ਹੈ, ਅਧਿਕਾਰ ਹੈ, ਉਹਨੂੰ ਖੋ ਕੇ ਲਾਗੂ ਨਹੀਂ ਕੀਤਾ ਜਾ ਸਕਦਾ। ਗੱਲ ਮੁਕੰਮਲ ਹੈ। ਅੱਜ ਤੁਹਾਨੂੰ ਪਾਲੀ ਹੋਣਾ ਨੇ, ਕਮਲ ਹੋਣਾ ਨੇ ਔਰ ਚੋਪੜਾ ਨੇ ਜਿਹੜੀ ਗੱਲ ਦੱਸੀ ਹੈ, ਅੱਜ ਤੋਂ ਬਾਅਦ ਜਿਹੜੇ ਸ਼ੇਅਰ ਹੋਲਡਰ ਨੇ, ਜਿਨ੍ਹਾਂ ਕੋਲ ਗਰਾਊਂਡ ਫਲੋਰ ਆ ਜਾਂ ਫਸਟ ਫਲੋਰ ਆ,
ਜਾਂ ਸੈਕੰਡ ਫਲੋਰ ਆ ਉਹ ਸੁਚੇਤ ਹੋ ਜਾਣ। ਹੁਣ ਤੁਸੀਂ ਅੱਗੇ ਆਪਣੀ ਪ੍ਰਾਪਰਟੀ ਨਹੀਂ ਵੇਚ ਸਕਦੇ। ਇਹ ਦੇਖਿਆ ਜਾਊਗਾ ਵੀ ਜਿਹੜੀ ਇਹ ਟੀਮ ਸੰਘਰਸ਼ਕਾਰੀ ਹੈ, ਜੇ ਇਹ ਜਿੱਤਦੇ ਨੇ ਤੇ ਕਿਤੇ ਤੁਹਾਡਾ ਪਾਰਾ ਲੱਗ ਜੂਗਾ।